ICC presents Heaven's Gate. Jesus said, I am the door. If anyone enters through me, he shall be saved. ਹਾਲੇਲੂਇਆ ਵੈਲਕਮ ਸਭ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਭੈਣਾਂ ਭਾਈਆਂ ਨੂੰ ਬਹੁਤ ਬਹੁਤ ਸਲਾਮ ਭਰੀ ਮੇਰੇ ਵੱਲੋਂ ਸਲਾਮ ਔਰ ਜੈ ਮਸੀਹ ਦੀ ਕਬੂਲ ਹੋਵੇ। ਇੱਕ ਦਫਾ ਫਿਰ ਤੁਹਾਡੇ ਰੂਬਰੂ ਮੈਂ ਆਪਣੇ ਖੁਦਾਵੰਦ ਦੇ ਖਾਦਮਾਂ ਨੂੰ ਸੇਵਕਾਂ ਨੂੰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਅਸੀਂ ਸਾਰਾ ਪ੍ਰੋਗਰਾਮ ਖੁਦਾਵੰਦ ਯਿਸੂ ਮਸੀਹ ਦੇ ਹੱਥ ਵਿੱਚ ਦਿੰਦੇ ਹਾਂ। ਮੈਂ ਸਾਡੇ ਨਾਲ ਮੇਰੇ ਨਾਲ ਪਾਸਟਰ ਰੈਵਰੈਂਡ ਰੋਸ਼ਨ ਲਾਲ ਜੀ ਬੈਠੇ ਨੇ, ਉਹ ਦੁਆ ਦੇ ਵਿੱਚ ਸਾਡੀ ਰਹਿਨੁਮਾਈ ਕਰਨਗੇ। ਖੁਦਾਵੰਦ ਮੁਹੱਬਤਾਂ ਨਾਲ ਭਰਿਆ ਹੋਏ ਪ੍ਰਭੂ ਜੀ ਤੇਰੇ ਚਰਨਾਂ 'ਚ ਆਉਂਦੇ ਹਾਂ। ਇਸ ਵੇਲੇ ਪ੍ਰਭੂ ਜੀ ਅਰਦਾਸ ਲੈ ਕੇ ਆਏ ਹਾਂ ਕਿ ਜੋ ਕੁਛ ਅਸੀਂ ਬੋਲਣ ਚੱਲੇ ਹਾਂ, ਜੋ ਕੁਛ ਗੱਲਬਾਤ ਕਰਨ ਚੱਲੇ ਹਾਂ, ਤੁਸੀਂ ਆ ਕੇ ਇਸ ਸਾਰੇ ਮਾਹੌਲ ਨੂੰ ਆਪਣੇ ਕਾਬੂ 'ਚ ਲੈ ਲਓ ਅਤੇ ਸਾਡੀਆਂ ਜ਼ੁਬਾਨਾਂ ਨੂੰ ਪਾਕ ਕਰ ਦਿਓ, ਤਾਂ ਕਿ ਜੋ ਕੁਛ ਵੀ ਸਾਡੇ ਮੂੰਹ 'ਚੋਂ ਲਫ਼ਜ਼ ਨਿਕਲਣ ਉਹ ਇਹੋ ਜਿਹੇ ਹੋਣ ਜਿਹੜੇ ਦਿਲਾਂ 'ਚ ਉਤਰ ਜਾਣ ਅਤੇ ਲੋਕਾਂ ਨੂੰ ਸਮਝ ਆਉਣ। ਅਤੇ ਖੁਦ ਪ੍ਰਭੂ ਜੀ ਅੱਜ ਜੋ ਵੀ ਗੱਲਬਾਤ ਇੱਥੇ ਹੋਵੇ ਉਹਦੇ ਨਾਲ ਜਿੰਨੇ ਵੀ ਲੋਕ ਦੇਖ ਰਹੇ ਨੇ ਸਾਰੇ ਨਾ ਸਿਰਫ ਕੁਛ ਬਰਕਤ ਪਾਉਣ ਬਲਕਿ ਉਹਨਾਂ ਨੂੰ ਸਿੱਖਿਆ ਵੀ ਮਿਲੇ ਅਤੇ ਤਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਹੋਰ ਜ਼ਿਆਦਾ ਹਾਸਲ ਕਰ ਸਕਣ ਅਤੇ ਤੁਹਾਡੇ ਵਿੱਚ ਅੱਗੇ ਵਧ ਸਕਣ। ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹ ਤੁਹਾਨੂੰ ਜਾਣ ਸਕਣ। ਤੁਹਾਡੇ ਮਿੱਠੇ ਜਲਾਲੀ ਸੁੰਦਰ ਯਿਸੂ ਨਾਂ 'ਤੇ ਮੰਗਦੇ ਹਾਂ, ਆਮੀਨ ਆਮੀਨ ਆਮੀਨ। ਦੋਸਤੋ ਭੈਣ ਅਤੇ ਭਾਈਓ, ਅੱਜ ਇੱਕ ਦਫਾ ਫਿਰ ਤੁਹਾਡੇ ਨਾਲ ਹਾਜ਼ਰ ਹੋਇਆ ਔਰ ਮੇਰੇ ਨਾਲ ਜੋ ਅੱਜ ਮਹਿਮਾਨ ਆਏ ਹੋਏ ਨੇ ਸਟੂਡੀਓ ਦੇ ਵਿੱਚ, ਮੇਰੇ ਰਾਈਟ ਹੈਂਡ 'ਤੇ ਬੈਠੇ ਨੇ ਰੈਵਰੈਂਡ ਮਾਰਸ਼ਲ ਜੋ ਕਿ ਵੋਲਸੋਲ ਤੋਂ ਜਿਹਨਾਂ ਦਾ ਤਾਲੁਕ ਹੈ, ਉਹ ਸਾਡੇ ਨਾਲ ਨੇ। ਤਾਂ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਮੈਨਚੈਸਟਰ ਤੋਂ ਸਾਡੇ ਬਿਸ਼ਪ ਸਾਹਿਬ ਬਿਸ਼ਪ ਡਾਕਟਰ ਮੁਸ਼ਤਾਕ ਜੀ ਆਏ ਨੇ, ਉਹਨਾਂ ਦਾ ਵੀ ਅਸੀਂ ਸਟੂਡੀਓ 'ਚ ਸਵਾਗਤ ਕਰਦੇ ਹਾਂ। ਥੈਂਕ ਯੂ। ਐਂਡ ਮੇਰੇ ਲੈਫਟ ਹੈਂਡ 'ਤੇ ਰੈਵਰੈਂਡ ਰੋਸ਼ਨ ਲਾਲ ਜੀ ਜੋ ਕਿ ਬਾਥ ਸਿਟੀ ਦੇ ਵਿੱਚੋਂ ਆਏ ਨੇ, ਅਸੀਂ ਉਹਨਾਂ ਨੂੰ ਵੀ ਵੈਲਕਮ ਆਖਦੇ ਹਾਂ। ਥੈਂਕ ਯੂ। ਐਂਡ ਉਹਨਾਂ ਦੇ ਨਾਲ ਜੋ ਨੈਕਸਟ ਸੀਟ 'ਤੇ ਬੈਠੇ ਨੇ ਉਹ ਸਾਡੇ ਬ੍ਰਦਰ ਲੈਸਟਰ ਕ੍ਰਿਸਚਨ ਫੈਲੋਸ਼ਿਪ ਦੇ ਵਿੱਚੋਂ ਇੱਕ ਬੜੇ ਸੁਲਝੇ ਹੋਏ ਇਨਸਾਨ ਜਿਹਨੂੰ ਖੁਦਾਵੰਦ ਨੇ ਬੜੀ ਇੱਜ਼ਤ ਦਿੱਤੀ ਹੋਈ ਹੈ, ਔਰ ਉਹ ਹਨ ਸਾਡੇ ਭਾਈ ਅਲਵੀਰ ਮਸੀਹ ਜੀ। ਇਹ ਸਾਰੇ ਭਾਈਆਂ ਦਾ ਮੈਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਵਾਗਤ ਕਰਦਾ ਹਾਂ ਔਰ ਵੈਲਕਮ ਆਖਦਾ ਹਾਂ ਅਤੇ ਧੰਨਵਾਦ ਆਖਦਾ ਕਿ ਪ੍ਰਭੂ ਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਸਭ ਭੈਣਾਂ ਭਾਈਆਂ ਨੂੰ ਸਾਡੇ ਨਾਲ ਜਮ੍ਹਾਂ ਕੀਤਾ ਹੈ। ਅੱਜ ਦਾ ਪ੍ਰੋਗਰਾਮ ਜੋ ਇੱਕ ਸਾਡੇ ਭਾਈ ਜਿਹੜੇ ਬਰਮਿੰਘਮ ਵਿੱਚ ਰਹਿੰਦੇ, ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਹੈਗਾ। ਭਾਈ ਬਲਵੰਤ ਮਿਸਟਰ ਐਂਡ ਮਿਸਿਸ ਬਲਵੰਤ ਗਿੱਲ, ਅਸੀਂ ਉਹਨਾਂ ਦੇ ਖੁਦਾਵੰਦ ਦੇ ਨਾਮ ਦੇ ਵਿੱਚ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਸੇਵਾ ਦੇ ਵਿੱਚ ਹਿੱਸਾ ਲਿਆ ਹੈ। ਕਿ ਖੁਦਾਵੰਦ ਸਾਡੀ ਇਹ ਦੁਆ ਹੈ, ਪ੍ਰਾਰਥਨਾ ਕਿ ਖੁਦਾਵੰਦ ਉਹਨਾਂ ਨੂੰ ਆਪਣੇ ਕੰਮਾਂ ਦੇ ਲਈ, ਆਪਣੇ ਜਲਾਲ ਦੇ ਲਈ ਇਸ ਤੋਂ ਵੀ ਜ਼ਿਆਦਾ ਬਰਕਤ ਦੇਵੇ, ਉਹਨਾਂ ਦੇ ਘਰਾਂ ਦੇ ਵਿੱਚ ਵੀ ਹਰ ਤਰ੍ਹਾਂ ਦੀਆਂ ਖੁਸ਼ੀਆਂ ਖੁਦਾਵੰਦ ਲੈ ਕੇ ਆਵੇ। ਅਤੇ ਸਾਡੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਸਾਡੇ ਬਿਸ਼ਪ ਸਾਹਿਬ ਸਾਡੇ ਨਾਲ ਨੇ, ਉਹ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਅਸੀਂ ਉਹਨਾਂ ਦੇ ਨਾਲ ਉਹ ਸਾਡੇ ਨਾਲ ਹਮ ਕਲਮ ਹੋਣਗੇ। ਪਰ ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਦੋਸਤੋ ਭੈਣਾਂ ਅਤੇ ਭਾਈਓ ਜੋ ਇਸ ਪ੍ਰੋਗਰਾਮ ਨੂੰ ਵਾਚ ਕਰ ਰਹੇ ਹੋ, ਮੈਂ ਤੁਹਾਡੇ ਅੱਗੇ ਇੱਕ ਇਹ ਰਿਕੁਐਸਟ ਕਰਦਾ ਹਾਂ ਕਿ ਅਗਰ ਤੁਸੀਂ ਦੁਆ ਕਰਨੀ ਚਾਹੁੰਦੇ ਹੋ, ਅਗਰ ਤੁਹਾਡੀ ਕੋਈ ਸਮੱਸਿਆ ਹੈ, ਕੋਈ ਵੀ ਪ੍ਰੋਬਲਮ ਹੈ, ਉਹ ਸਾਡੇ ਬਿਸ਼ਪ ਸਾਹਿਬ ਨਹੀਂ, ਸਾਡੇ ਪਾਸਪੋਰਟ ਜੋ ਸਾਡੇ ਨਾਲ ਬੈਠੇ ਨੇ ਉਹ ਨਹੀਂ, ਲੇਕਿਨ ਯਿਸੂ ਮਸੀਹ ਹੈ ਜੋ ਇਸ ਜਗ੍ਹਾ ਦੇ ਵਿੱਚ ਮੌਜੂਦ ਹਨ। ਉਹ ਤੁਹਾਡੀਆਂ ਲੋੜਾਂ ਦਾ, ਤੁਹਾਡੀਆਂ ਪ੍ਰਾਰਥਨਾ ਦਾ ਜਵਾਬ ਦੇਣਗੇ। ਅਤੇ ਤੁਸੀਂ ਜ਼ਰੂਰ ਸੈਕਿੰਡ ਹਾਫ ਦੇ ਵਿੱਚ ਸਾਡੇ ਨਾਲ ਟੈਲੀਫੋਨ 'ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਤੇ ਪਲੀਜ਼ ਫੀਲ ਫਰੀ ਟੂ ਕਮ ਔਨ ਏਅਰ। ਔਰ ਕਿਸੇ ਵੀ ਤੁਹਾਡੇ ਦੀ ਕੋਈ ਪ੍ਰੋਬਲਮ ਹੈ, ਕੋਈ ਵੀ ਸਮੱਸਿਆ ਹੈ, ਕੋਈ ਵੀ ਕਿਸੇ ਮੁਸ਼ਕਿਲਾਤ ਦੇ ਵਿੱਚ ਹੀ ਤੁਸੀਂ ਗੁਜ਼ਰ ਰਹੇ ਹੋ, ਅਤੇ ਯਿਸੂ ਮਸੀਹ ਹਰ ਜ਼ਰੂਰਤ ਨੂੰ ਉਹ ਹੱਲ ਕਰਨ ਦੀ ਕੁਵਤ ਰੱਖਦੇ ਹਨ, ਤਾਕਤ ਰੱਖਦੇ ਹਨ। ਅਤੇ ਜ਼ਰੂਰ ਸਾਨੂੰ ਟੈਲੀਫੋਨ 'ਤੇ ਬਾਅਦ ਦੇ ਨਾਲ ਗੱਲਬਾਤ ਜ਼ਰੂਰ ਕਰੀਏ। ਅਗਰ ਕੋਈ ਪ੍ਰੋਗਰਾਮ ਵੀ ਸਪੋਂਸਰ ਕਰਵਾਉਣਾ ਚਾਹੁੰਦਾ ਹੋਵੇ, ਜਿਸ ਤਰ੍ਹਾਂ ਭਾਈ ਸਾਡੇ ਬਲਵੰਤ ਗਿੱਲ ਜੀ ਨੇ ਕੀਤਾ ਹੈਗਾ, ਤੁਸੀਂ ਵੀ ਇਹਦੇ ਵਿੱਚ ਹਿੱਸਾ ਲੈ ਸਕਦੇ ਹੋ। ਅਗਰ ਤੁਹਾਡੇ ਘਰ ਦੇ ਵਿੱਚ ਖੁਦਾਵੰਦ ਨੇ ਕਿਸੇ ਤਰ੍ਹਾਂ ਦੀ ਕੋਈ ਖੁਸ਼ੀ ਦਿੱਤੀ ਹੋਈ ਹੈ, ਬੱਚਿਆਂ ਦੀ ਸ਼ਾਦੀ ਹੈ ਜਾਂ ਕਿਸੇ ਦੀ ਵੈਡਿੰਗ ਐਨੀਵਰਸਰੀ ਹੈ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫੰਕਸ਼ਨ ਘਰ ਦੇ ਵਿੱਚ ਖੁਸ਼ੀ ਕਿਉਂ ਨਾ ਹੋਵੇ ਖੁਦਾਵੰਦ ਨੇ ਦਿੱਤੀ ਹੈ, ਅਤੇ ਜ਼ਰੂਰ ਤੁਸੀਂ ਖੁਦਾਵੰਦ ਦੀ ਆਪਣੀ ਨੇਕ ਕਮਾਈ 'ਚੋਂ
ਖੁਦਾਵੰਦ ਦੇ ਨਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ, ਇਸ ਖਿਦਮਤ ਵਿੱਚ ਹਿੱਸਾ ਲੈ ਸਕਦੇ ਹੋ। ਪ੍ਰਭੂ ਤੈਨੂੰ ਬੜੀ ਬਰਕਤ ਦਿੰਦਾ ਹੈਗਾ। ਤੇ ਲੋ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵੱਲ ਵਧੀਏ, ਮੈਂ ਡਾਕਟਰ ਸਾਹਿਬ ਜੀ ਦਾ ਡਾਕਟਰ ਮੁਸਤਾਕ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਕਰਦਾ। ਸਾਡੇ ਬਿਸ਼ਪ ਜੀ ਹਨ ਔਰ ਮੈਨੂੰ ਸਾਨੂੰ ਫ਼ਖਰ ਹੈ, ਬੜੀ ਖੁਸ਼ੀ ਹੈ ਕਿ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ। ਅਤੇ ਮੈਂ ਉਹਦੇ ਕੋਲੋਂ ਇੱਕ ਸਿੰਪਲ ਜਿਹਾ ਇੱਕ ਸਵਾਲ ਪੁੱਛਾਂਗਾ ਕਿ ਖੁਦਾਵੰਦ ਦੇ ਜੋ ਅੱਜ ਲੈਂਟ ਚੱਲ ਰਹੇ ਨੇ, ਜੋ ਅੱਜ ਅਸੀਂ ਦੇਖਦੇ ਹਾਂ ਕਿ ਜਦੋਂ ਯਿਸੂ ਮਸੀਹ ਅਸਮਾਨ ਤੋਂ ਜਾਣ ਤੋਂ ਪਹਿਲੇ ਉਹ ਦੁੱਖਾਂ ਦੇ ਵਿੱਚ, ਕਸ਼ਟ ਦੇ ਵਿੱਚ ਗੁਜ਼ਰੇ, ਉਹਨਾਂ ਨੇ 40 ਦਿਨ ਅਤੇ 40 ਰਾਤ ਬਿਲਕੁਲ ਕੁਛ ਨਹੀਂ ਖਾਧਾ, ਉਹ ਪ੍ਰਾਰਥਨਾ ਦੇ ਵਿੱਚ, ਦੁਆਵਾਂ ਦੇ ਵਿੱਚ ਲੱਗੇ ਰਹੇ। ਅਤੇ ਮੈਂ ਕਿਉਂਕਿ ਫਾਸਟਿੰਗਸ ਡੇਜ਼ ਚੱਲ ਰਹੀਆਂ ਨੇ, ਅਤੇ ਮੈਂ ਇਸੇ ਹਵਾਲੇ 'ਤੇ ਬਿਸ਼ਪ ਸਾਹਿਬ ਜੀ ਦੇ ਕੋਲੋਂ ਇਹ ਪੁੱਛਾਂਗਾ ਕਿ ਇਹ ਜ਼ਰੂਰੀ ਹੈ ਕਿ ਸਾਨੂੰ ਫਾਸਟਿੰਗ ਕਰਨੀ ਚਾਹੀਦੀ ہے اور ਇਹਦੇ ਬਾਰੇ ਖੁਦਾਵੰਦ ਦਾ کلام ਬਿਸ਼ਪ ਸਾਹਿਬ ਸਾਨੂੰ ਕੀ ਦੱਸਦਾ ہے؟ تھینک یو ویری مچ پاسٹر اشوک صاحب. سب سے پہلے مشکور ہوں آپ کا، شکر گزار ہوں، اور پھر آپ کے ساتھ ساتھ خداوند قدوس کا جس نے ایسا ممکن کیا کہ آج اس پروگرام کے حوالے سے آپ سب سے ہم کلام ہو سکوں. پروگرام سننے والے اور دیکھنے والے سب بہن بھائیوں کو میری طرف سے بہت سلام، اور دعا کرتا ہوں کہ آج کا یہ پروگرام ہم میں سے ہر ایک کے لیے نہ صرف برکتوں کو لے کر آئے بلکہ ہماری زندگیوں کو تبدیل کرنے والا ہو. آمین. تھینک یو ویری مچ اشوک بھائی. اور آپ نے فرمایا کہ روزہ جو ہے کیوں ضروری ہے، اس کے لیے بہت کچھ کہا جا سکتا ہے. انجیل مقدس میں، بائبل مقدس میں پرانا عہد نامہ اور نئے عہد نامہ، دونوں عہد نامہ جات میں بہت تفصیل کے ساتھ بہت کچھ بیان کیا گیا ہے. لیکن وقت کی مناسبت سے، وقت کو ملحوظ خاطر رکھتے ہوئے چند ایک حوالہ جات آپ کے لیے عرض کرنا چاہوں گا کہ کیوں یہ ضروری ہے. یسوع المسیح کے لیے جو ہمارے منجی ہیں، اس دنیا میں نجات دہندہ بن کر آئے، ان کے لیے ابھی بھائی نے بتایا کہ جب انہیں آزمایا گیا، ابلیس انہیں آزمانے کے لیے جنگل میں لے گئے. مقدس متی رسول کی انجیل اس کا 4 باب اور اس کی پہلی 5 آیات میں ان کا ذکر ہے جی کہ جب یسوع المسیح 40 دن اور 40 رات جو ہے انہوں نے فاقہ کیا اپنی منسٹری کو اس دنیا میں شروع کرنے سے پہلے. سو یہ چیز جو ہے ایک تو ہمیں انڈیکیٹ کرتی ہے کہ جب بھی ہم کسی بھی فیلڈ کے لیے اترنا چاہتے ہیں، بھلے وہ دنیاوی ہو، روحانی ہو، کسی طرح کا بھی ہو، بہت ضروری ہے کہ ہم اس میں خداوند کی مرضی، خداوند کی رضا اور خداوند کی منشا کو جاننے کی کوشش کریں، خود کو بھی تیار کریں اور پھر خدا کی مرضی جو ہے اس کو بھی جاننے کی کوشش کریں. اور اس کے لیے روزہ اور دعا 2 بڑی اہم چیزیں ہیں جن کا کلام مقدس پر ذکر موجود ہے. اور یہ دونوں، روزہ اور دعا، یہ دونوں ایک ساتھ چلتی ہیں، پیرالل ایک دوسرے کے ساتھ ساتھ چلتی ہیں. اس کے لیے آپ کی خدمت میں عرض کرنا چاہوں گا یسایہ نبی کا صحیفہ، اس کا 58 باب اور اس کی 30 آیت سے چند آیات میں خداوند قدوس یسایہ نبی کی معرفت فرماتے ہیں. اور روزے کا مقصد کیا ہے، کیوں یہ ضروری ہے، یہ یہاں پر یسایہ نبی تحریر فرماتے ہیں. دیکھو تم روزہ کے دن میں اپنی خوشی کے طالب رہتے ہو اور سب طرح کی سخت محنت لوگوں سے کراتے ہو. دیکھو تم اس مقصد سے روزہ رکھتے ہو کہ جھگڑا رگڑا کرو اور شرارت کے موقع مارو. پس تم اس طرح کا روزہ نہیں رکھتے کہ تمہاری آواز عالم بالا پر سنی جائے. کیا یہ وہ روزہ ہے جو مجھ کو پسند ہے؟ ایسا دن کہ اس میں آدمی اپنی جان کو دکھ دے اور اپنا سر جاؤ کی طرح جھکائے اور اپنے نیچے ٹاٹ اور راکھ بچائے. کیا تم اس کو روزہ اور ایسا دن کہے گا جو خدا کا مقبول ہو؟ کیا وہ روزہ جو میں چاہتا ہوں، یعنی خدا چاہتا ہے، یہ نہیں کہ ظلم کی زنجیریں توڑیں اور جوئے کے بندھن کھولیں اور مظلوموں کو آزاد کریں، بلکہ ہر ایک جوئے کو
तोड़ डालें। ये है खुदावंद कदूस ने जो यसाया नबी को मार्फत फरमा दिया। रोज़े का मकसद क्या है कि खुदावंद की खुशनुदी को हासिल किया जाए, खुदावंद की मर्ज़ी को हासिल किया जाए और हर किस्म का जो जुल्म है उसके जंजीरें तोड़ी जाएं। और फिर आगे चलकर इससे अगली आयत में खुदावंद कदूस का कलाम फरमाता है, क्या ये नहीं कि तू अपनी रोटी भूखों को खिलाए और मस्कीनों को जो आवारा हैं अपने घर में लाए, जब किसी को नंगा देखे तो उसे पहनाए और तू अपने हम जिन से रूपोशी न करे। ये है रोज़े का मकसद कि वो सब जो कुछ हम दुनियावी नेमतें और बरकतें खुदावंद कदूस ने मुझे और आपको अता की हैं, उसमें से जो कुछ हम खुदावंद के नाम के लिए छोड़ते हैं, बचाते हैं, वो दूसरे वक्त के लिए अपने लिए न रख छोड़े, बल्कि उसको ऐसे लोगों की ज़रूरत के लिए दें जिनके पास नहीं है। ये कलाम मुक़द्दस में पुराने अहदनामा में खुदावंद कदूस ने यसाया नबी की मार्फत फरमा दिया और इसी चीज़ को आगे चलकर नए अहदनामा में भी खुदावंद यसू अल मसीह ने और उनके शागिर्दों ने कंटिन्यू रखा। ਵੈਰੀ ਗੁੱਡ। ਨੋ ਇਹ ਰੋਜ਼ਾ ਜੇ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਰੋਜ਼ਾ ਇਹ ਸਿਰਫ ਪੇਟ ਦੇ ਰੋਜ਼ੇ ਦੀ ਗੱਲ ਹੋ ਰਹੀ ਕਿ ਜਾਂ ਕਿ रोज़ा ज़ुबान का भी होना चाहिए ना? यही तो यसाया नबी ने फरमा दिया कि रोज़ा ये नहीं है कि सिर्फ तुम भूखे रहो, बल्कि रोज़ा ये भी है कि तुम हर किस्म के जुल्म को ख़त्म करो, हर किस्म के जो बंधन है उनको तोड़ो। और आपने बजा फरमाया कि रोज़ा जो है हर किस्म की बुराई से को रोकने का भी नाम है, ख़ुद को भी कंट्रोल करना, ज़ुबान और हर जिस्म के हर हिस्से पे हमें कंट्रोल जो है वो रखना चाहिए। बिल्कुल। कई दफ़ा बाज़ लोग ये सोचते हैं कि रोज़ा जो आम लोग पब्लिक को वो वेखती कि रोज़ा जो पेट के रोज़े की गल हो रही, पर लेकिन तुसी बड़ा क्लीयर कर दिता कि रोज़ा जो सिर्फ पेट का नहीं और रोज़ा जो ज़बान का रोज़ा भी वो भी होना चाहिए कि जे तुसी कोई गलत शब्द मूँह चो निकल रहे हैं, अगर गलती मूँह चो ऐसी को अल्फाज निकले जिन्ना खुदावंद दे नाम नूं जलाल नहीं मिलता, इज्जत नहीं मिलती, तो वो चीज़ों का भी सानूं कंट्रोल करना चाहिए है। तो विच इज़ वेरी गुड बिशप साहब। इट्स क्योंकि साढ़े बहुत सारे भैन भाई ने जो बाहर और जो प्रोग्राम अज वॉच कर रहे हैं, आई बिलीव दिस मिलियंस ऑफ पीपल दैट वाचिंग राइट नाउ एट दिस मिनट, तो इसलिए उन्होंने तक ये संदेश पहुँचाना ये बड़ा साढ़े लिए लाजमी सी। तो मैं लै चलांगा अपने पास्टर जी रोशन जी दे नाल। ते पास्टर साहब तुसी ये हवाले दे मुताबिक की कहना चाहोगे? देखो जी, खुदावंद आप सबको बरकत दे। और जैसा कि बिशप साहब ने फरमाया है और उन्होंने रोज़े की सारी तफसीर जो है ना वो बता दी है कैसे होना चाहिए। मैं जो आपके सामने 4 बातें रखना चाहता हूँ जो नैनवा के लोग जो थे, जहाँ योना नबी मछली के पेट में था और उसने ले जाके वहाँ उसे डाल दिया, तो उन्होंने जो रोज़ा रखा उसमें 4 चीज़ें हुई। और अगर वो 4 चीज़ें हम अपनी ज़िंदगी में कर लें तो हमारी हर तरह की दुआ जो है वो सुनी जाएगी और हर तरह की जो हमारी दुआ है उसका जवाब हाँ के साथ मिलेगा। और खुदा ने अगर कोई इरादा किया है वो अपने इरादे को इस रोज़े की वजह से बदल देगा। यूना नबी की किताब 3 बाब के उसके 6 से लेके और 8 आयत तक मैं पढ़ूँगा। और ये ख़बर नैनवा के बादशाह को पहुंची और वो अपने तख्त पर से उठा और बादशाही लिबास को उतार डाला और टाट ओढ़ कर राख पर बैठ गया। और बादशाह और उसके अरकान दौलत के फरमान से नैनवा में ये ऐलान किया गया और इस बात की मुनादी हुई कि कोई इंसान या हैवान, गल्ला या रम्मा कुछ ना चखे और ना खाए पिए, लेकिन इंसान और हैवान टाट से मुलब्बस हों और खुदा के हुजूर गिरहज़ारी करें, बल्कि हर शख्स अपनी बुरी रविश और अपने हाथ के जुल्म से बाज आए। तो अजीज़ों, यहाँ 4 चीज़ें हुई हैं। पहली चीज़ जो हुई है कि बादशाह तक जब ये ख़बर पहुँची कि यूना नबी ने ये पेशन गोई की है कि ये मुल्क बर्बाद होने वाला है, सबसे पहला काम उसने ये किया कि वो अपने तख्त से उठा।
ہمیں اپنی موجودہ حالت میں سے باہر نکلنے کی ضرورت ہے جب ہم روزہ رکھتے ہیں. جو ہماری حالت ہے جس میں ہم رہ رہے ہیں, جو ہماری عادتیں ہیں, جو ہمارا ماحول ہے, ہمیں اس میں سے باہر آنے کی ضرورت ہے. بادشاہ نے اپنا تخت چھوڑ دیا اور معذرت چاہتا ہوں جی, بادشاہ نے اپنا تخت چھوڑا اور دوسرا کام اس نے یہ کیا کہ اپنے شاہی لباس کو کیا کیا, اتار دیا. شاہی لباس اتارنے کا مطلب یہ ہے کہ ہم جو اپنی شان و شوکت کے پیچھے چھپے رہتے ہیں اور ہم ان لوگوں کو کمتر سمجھتے ہیں جو ہماری طرح سے اچھا پہناوا نہیں پہن سکتے یا ہمارے اسٹیٹس کے جو لوگ نہیں ہیں, ہمیں ان کے برابری پر آنے کی ضرورت ہے. جب ہم روزہ رکھتے ہیں ہمیں ساری کلیسیا کے جو لوگ ہیں, یا دوسرے لوگ مسیحی لوگ ہیں, یا جو غریب لوگ ہیں, جو بھوکے ننگے ہیں, جن کے پاس کھانا نہیں ہے, ہمیں ان کے لیول پر آنے کی ضرورت ہے. اور جب تک ہم اپنا تخت نہیں چھوڑیں گے, اپنا لباس نہیں اتاریں گے, ہم روزے کے اس مقصد کو حاصل کر نہیں سکتے. اور تیسری بات جو انہوں نے کی وہ یہ کی کہ انہوں نے کہا کہ بھئی اپنا سب لوگوں نے مل کے اپنے گناہوں کا اقرار کیا, اور گناہوں کا اقرار کرنے کے لیے لکھا اور خدا کے حضور گریہ زاری کی انہوں نے. تو ہم جب روزہ رکھتے ہیں تو ہمیں اپنی زندگی پر غور کرنے کی, اس وقت میڈیٹیٹ کرنے کی ضرورت ہوتی ہے کہ ہماری زندگی کیسی چل رہی ہے, ہم کیا کر رہے ہیں, اور جو بھی غلط کام ہماری زندگی میں ان کے لیے ہمیں اپنے آپ کو خدا کے حضور پیش کرنے کی ضرورت ہوتی ہے, ان پہ رونے کی ضرورت ہوتی ہے, تاکہ ہمارے آنسوؤں سے ہمارے وہ گناہ جو ہیں خدا کے حضور جو ہیں ہم لا سکیں. کیونکہ داؤد نبی کہتا ہے کہ تو میرے گناہوں کا حساب رکھتا ہے, میرے آنسوؤں کو اپنے مشکیزہ میں بھر لے. یعنی میں نے کتنے آنسو بہائے ہیں اس غلطی کے کرنے کے بعد, اس بات کو. تو جب ہم گریہ زاری کرتے ہیں, جب ہم روتے ہیں, تو ہم خدا کے حضور اس بات کو لے کے آ جاتے ہیں کہ بھی خداوند میں اپنی پچھلی زندگی سے, ان کاموں سے شرمندہ ہوں. اور پھر جو آخری بات یہ ہے جو ہمیں کرنے کی ضرورت ہوتی ہے, ہمارے ہاتھ سے جو غلط کام ہو رہے ہوتے ہیں, ہمارے سوسائٹی میں جو غلط کام ہو رہے ہوتے ہیں, ہمارے گھر میں جو غلط کام ہو رہے ہوتے ہیں, ہمیں انہیں بھی چھوڑنے کی ضرورت ہے. یہ 4 چیزیں اگر ہم چھوڑ دیں گے تو پھر دیکھیں کہ انہوں نے تو, بادشاہ نے تو یہ کہا تھا کہ شاید خدا رحم کرے اور اپنا ارادہ بدل دے اور اپنے قہر شدید سے باز آئے اور ہم ہلاک نہ ہوں. لیکن یہ سچ ثابت ہوئی بات کہ جب انہوں نے روزہ رکھا, بادشاہ نے اپنے وہ جس ضد میں, جس شان و شوکت میں تھا, اس کو چھوڑا, اپنے شاہی لباس کو چھوڑ کے عام لوگوں کو, لکھا کہ یہاں تک کہ جانوروں کو بھی ٹاٹ اڑایا گیا اور انسانوں نے بھی ٹاٹ پہنا, بادشاہ نے بھی, تو وہ سب کے برابری میں آ گیا. اس کے بعد پھر انہوں نے توبہ کے لیے دعا کی, اور پھر چوتھی بات جب ہوئی, انہوں نے اپنے خدا سے وعدہ کیا کہ ہم اپنے جو برے کام ہیں ان کو بالکل چھوڑ دیں گے. تو یہ جب ہم کر لیں 4 چیزیں روزے میں, تو ہمارا روزہ جو ہے وہ قابل قبول بھی ہو جاتا ہے, اور اس طرح سے ہو جاتا ہے کہ ہماری زندگی جو ہے وہ ایک طرح سے ریوائیو ہو جاتی ہے. اور اسی لیے ہر سال یہ, جیسے یسوع نے 40 روزے رکھے تھے, کلیسیا کے لوگوں کو بھی یہ بات سکھائی جاتی ہے کہ ہم بھی اسی چیز کو فالو کریں اور 40 روزے رکھیں. تو اس طرح سے ہم وہ روزے رکھ کے اس بھوک اور پیاس کو جو یسوع نے برداشت کی اسے بھی یاد کرتے ہیں, اور اس بھوک اور پیاس کو بھی یاد کرتے ہیں جو عام لوگ جن کے پاس کھانا نہیں ہے, ان کو بھی یاد کرتے ہیں. جیسا بشپ صاحب نے ابھی فرمایا یسایہ کی کتاب میں سے کہ کپڑوں کا بھی روزہ ہے. ہم جب روزے کے بعد عید آتی ہے تو ہم بہت مہنگے مہنگے کپڑے خریدنا شروع کر دیتے ہیں نا, اپنے بچوں کے لیے بھی, اپنے لیے بھی, تاکہ لوگوں کو بتائیں کہ ہم عید منا رہے ہیں. اصل میں وہ پیسے جو ہم اپنے آپ پہ خرچ کر رہے ہیں, ان غریبوں کا حق ہے جن کو کپڑے ملتے نہیں ہیں سال ہر سال. اور جو صاحب حیثیت ہیں وہ تو ہر مہینے دوسرے مہینے کپڑے خرید بھی لیتے ہیں, لیکن جن کو سال سال نہیں ملتے, ہمیں ان کے لیے سوچنے کی ضرورت ہے, ان کی مدد کرنے کی ضرورت ہے. پھر یہ روزہ جو ہے ہماری زندگی میں ایک ایسا روزہ بن کر ابھرے گا کہ لوگوں کو نظر آئے گا کہ
واقعی یہ بدلی ہوئی زندگی ہے۔ اور یسوع جب 40 دن وہاں رہ کر جنگل میں رہ کر آیا روزے کے بعد، تو وہ ایک ایسا شخص تھا جو ہر انسان اس کی طرف میگنیٹ کی طرح سے کھینچا چلا آتا تھا، کیونکہ اس نے وہ پورا وقت خدا کی ریاضت میں اور اس کے ساتھ بات چیت میں گزارا۔ گو کہ کلام بتاتا ہے کہ اس کی زندگی میں کوئی گناہ نہیں تھا جس کے لیے اسے گریہ زاری کرنی پڑی ہو، کیونکہ یسوع نے کہا کہ تم میں کون ہے جو مجھ پہ گناہ ثابت کرتا ہے، ٹھیک ہے۔ لیکن اس نے پھر بھی ہمارے لیے یہ روزے رکھے تاکہ وہ دیکھے کہ بھوک کیا ہے، کیونکہ خدا خود انسان بن کے دنیا میں آیا، ٹھیک ہے۔ تو وہ دیکھنا چاہتا تھا کہ بھوک کیا ہے، کیوں بھوک کی وجہ سے لوگ چوری کرتے ہیں، کیوں بھوک کی وجہ سے ایک دوسرے کو مارتے ہیں، وہ دیکھنا چاہتا تھا، اس ایکسپیرینس میں سے گزرنا چاہتا تھا۔ تو اس طرح سے اس نے اس سب میں سے گزر کر ہمارے لیے ایک نمونہ چھوڑا ہے، اور ہم جو اس کے ماننے والے ہیں اگر ہم اس سے محبت کرتے ہیں تو یسوع نے کہا تھا کہ میرے حکموں پر عمل کرو۔ آمین، پرائز دی لارڈ۔ ماشد ریورنٹ ماشد صاحب، میں ਤੁਹਾਡੇ ਕੋਲ ਵੀ ਗੋਟ 2 ਮਿੰਟਸ ਇਸ ਤੋਂ ਪਹਿਲਾਂ ਕਿ ਆਪਣੇ ਬ੍ਰੇਕ ਤੇ ਵੱਲ ਅਸੀਂ ਜਾਈਏ, ਤੁਸੀਂ ਰੋਜ਼ਿਆਂ ਦੇ ਹਵਾਲੇ ਦੇ ਤੇ ਕੀ ਕਹਿਣਾ ਚਾਹੋਗੇ؟ میں کلام مقدس میں سے مقدس متی رسول کی معرفت لکھی گئی انجیل اس کے 6 باب 16 آیت تلاوت کروں گا۔ جب تم روزہ رکھو تو ریاکاروں کی طرح اپنی صورت اداس نہ بناؤ، کیونکہ وہ اپنا منہ بگاڑتے ہیں تاکہ لوگ ان کو روزے دار جانیں۔ میں تم سے سچ کہتا ہوں وہ اپنا اجر پا چکے۔ ہم جو مسیحی لوگ ہیں ہمیں غیر قوموں کی طرح روزہ نہیں رکھنا، یہ جتانا نہیں ہے کہ میں روزے دار ہوں۔ ہمیں روزہ اس طور پر رکھنا جس طرح یسوع المسیح نے، موسیٰ نے، آستر نے، نینوا کے لوگوں نے روزہ رکھا۔ انہوں نے اپنے لیے رکھا روزہ تاکہ جو دکھ جو ان کے اوپر گناہ ہو چکا تھا، جن کے وجہ سے ان کے ہلاک ہونے کے ارادے آ چکے تھے، جس طرح آستر ملکہ نے اپنی قوم کو آزاد کرنے کے لیے روزہ رکھا، ہمیں بھی ایک مقصد کے لیے روزہ رکھنا ہے کہ ہمارے یسوع المسیح نے روزہ اس لیے رکھا تاکہ وہ ہمیں نجات دے، تاکہ جو ہم گناہ گار ہیں، جو آدم اور حوا سے ہمارے لیے گناہ آ چکا تھا، اس گناہ کے کفارے کو اس نے روزے کے ذریعے ہماری زندگیوں سے دور کیا۔ ہمیں غیر قوموں کی طرح روزہ نہیں رکھنا بلکہ حقیقی طور پر یسوع المسیح کے روزے کو اپنے زندگی میں اپنانا ہے کہ وہ روزہ کیا ہے۔ وہ روزہ یہ ہے کہ باپ آسمانی جو یسوع المسیح کا بھی باپ ہے، ہمارا بھی باپ ہے، وہ ہمیں روزے دار جانے اور وہی ہمیں بدلہ دے، نہ کہ ہمیں انسان کو جتانا کہ میں روزے دار ہوں، میں بھوک سے مار رہا ہوں، بلکہ حقیقی طور پر وہ روزہ ہونا چاہیے جس میں پاکیزگی ہو، سر میں تیل ملے، علیحدہ کوٹری میں جا کر خداوند قدوس سے زندہ کلام کو پڑھے، جس سے روح القدس ملے، جس سے تقویت ملے، جس سے آپ کو تازگی ملے، جس کے پڑھنے سے آپ کے گناہ معاف ہوں، جس کے وسیلہ سے آپ کی بیماریاں جاتی رہے، آپ کے گھر سے دکھ جائے، مصیبت جائے۔ اگر کسی قسم کی نجاست ہے تو وہ اس پاکیزگی میں جب آپ روزہ رکھیں گے تو وہ آپ زندگیوں سے چلی جائے گی۔ یہ روزہ ہے، یہ ہمارے یسوع المسیح کا روزہ ہے جس طور پر انہوں نے روزہ رکھا۔ 40 دن وہ بیابان میں گئے، وہ اپنے باپ سے قوت مانگتے رہے، انہیں کوئی بھوک نہیں لگی نہ پیاس لگی۔ جیسے ایلیا نے روزہ رکھا، ایک پھلکے اور پانی کا مٹکی سے پانی پی کے اس نے 40 دن کا سفر کیا، وہ روزے میں رہا۔ میرے عزیزو، ہمیں بھی اس نقش قدم کو اپنانا ہے تاکہ ہم مسیحی چال چلن کو اپنانے والے ہوں، تاکہ لوگ ہمیں جانیں کہ یہ یسوع ناصری کے جو مردوں کو زندہ کرنے کی طاقت رکھتا ہے، جو پانی کو مے بنا سکتا ہے، جو اندھوں کو چھو دیتا ہے آنکھیں کھل جاتی ہے، جو کوڑی کے کب کو ہاتھ لگا دیتا ہے اس کی کمر سیدھی ہو جاتی ہے، جو 4 دن کے مردے کو قبر سے آواز دے کے زندہ کر سکتا ہے، وہ یسوع المسیح جس کو بیوہ کے بیٹے کے اوپر ترس آتا ہے اس کے جنازے کو روک کے زندہ کر دیتا ہے۔ یہ ہمارے یسوع المسیح کے روزے ہیں۔ ਥੈਂਕ ਯੂ ਵੈਰੀ ਮਚ। ਪ੍ਰਭੂ ਤੁਹਾਨੂੰ ਬੜੀ ਬਰਕਤ ਅਸ਼ੀਸ਼ ਦੇਵੇ। ਅਸੀਂ ਦੂਸਰੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਫਿਰ ਮਿਲਦੇ ਹਾਂ। ਪਲੀਜ਼ ਸਾਡੇ ਨਾਲ ਜੁੜੇ ਰਹੀਏ।
ਵੈਲਕਮ ਬੈਕ। ਇੱਕ ਤਾਂ ਫਿਰ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਕਿ ਤੁਸੀਂ ਫਿਰ ਸਾਡੇ ਨਾਲ ਜੁੜੇ ਹੋਏ ਹੋ ਆਪਣੇ ਡਾਇਨਿੰਗ ਰੂਮ 'ਚ ਜੋ ਸਾਨੂੰ ਵਾਚ ਕਰ ਰਹੇ ਹੋ, ਦੇਖ ਰਹੇ ਹੋ। ਵੀ ਜਿਸ ਵੈਲਕਮ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰਗੁਜ਼ਾਰ ਕਰਦੇ ਹਾਂ। ਅਸੀਂ ਦੋਸਤ ਭੈਣਾਂ ਤੇ ਭਾਈ ਰੋਜ਼ਿਆਂ ਦੇ ਉੱਪਰ ਗੱਲ ਚੱਲ ਰਹੀ ਹੈ ਕਿ ਬਿਸ਼ਪ ਸਾਹਿਬ ਜੀ ਨੇ ਬੜਾ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ। ਸਾਡੇ ਪਾਸਟਰ ਜੀ, ਪਾਸਟਰ ਰੋਸ਼ਨ ਜੀ ਨੇ ਵੀ ਔਰ ਪਾਸਟਰ ਮਾਰਸ਼ਲ ਜੀ ਨੇ ਵੀ ਬੜਾ ਅੱਛੇ ਤਰੀਕੇ ਨਾਲ ਅਸੀਂ ਸਿੱਖਿਆ ਇਹਨਾਂ ਦੇ ਕੋਲੋਂ ਕਿ ਰੋਜ਼ੇ ਕਿੰਨੇ ਇੰਪੋਰਟੈਂਟ ਨੇ ਅਤੇ ਕਿੰਨਾ ਜ਼ਰੂਰੀ ਹੈਗਾ। ਅਸੀਂ ਰੋਜ਼ੇ ਜਿਹੜੇ ਰੱਖਦੇ ਕਿ ਸਭ ਮਜ਼ਹਬਾਂ ਦੇ ਵਿੱਚ ਰੱਖੇ ਜਾਂਦੇ ਨੇ, ਕੋਈ ਹਿੰਦੂਆਂ ਦੇ ਵਿੱਚ ਵੀ ਹਿੰਦੂ ਲੋਕ ਵੀ ਰੱਖਦੇ ਨੇ, ਮੁਸਲਮਾਨ ਲੋਕ ਵੀ ਭੈਣ ਭਾਈ ਰੱਖਦੇ ਨੇ, ਕ੍ਰਿਸਚਨ ਵੀ ਰੱਖਦੇ ਨੇ। ਰੋਜ਼ਿਆਂ ਦਾ ਬੜਾ ਇੱਕ ਤਾਂ ਇਹ ਹੁੰਦਾ ਕਿ ਬਿਸ਼ਪ ਸਾਹਿਬ ਜਦ ਲੋਕ ਰੋਜ਼ੇ ਰੱਖਦੇ ਨੇ ਅਤੇ ਉਹਦੇ 'ਚ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਨੇ ਅਤੇ ਉਹਨਾਂ ਦੇ ਇੱਕ ਬੜਾ ਆਸਾਨ ਹੋ ਜਾਂਦਾ। ਰੋਜ਼ਿਆਂ ਦੇ ਵਿੱਚ ਕੋਈ 40, ਮੈਂ ਕਈ ਦਫਾ ਵੇਖਦਾ ਜਿਹਨਾਂ 40 ਦਿਨ ਦੇ ਰੋਜ਼ੇ ਰੱਖੇ ਹੁੰਦੇ ਅਤੇ ਉਹਨਾਂ ਦਾ ਉਹ 40 ਦਿਨ ਤੋਂ ਬਾਅਦ ਵੇਖੋ ਅਤੇ ਉਹ ਬਿਲਕੁਲ ਇਸ ਤਰ੍ਹਾਂ ਹੁੰਦਾ ਕਿ ਜਿੱਦਾਂ ਕੋਈ ਸ਼ਾਇਦ ਇਹਨਾਂ ਨੇ ਕੋਈ ਆਪਣਾ ਕੀ ਕਹਿੰਦੇ ਨੇ ਡਾਈਟਿੰਗ ਸ਼ੁਰੂ ਕੀਤੀ ਜਾਂ ਕੋਈ ਕਿਸੇ ਜਿਮ ਨੂੰ ਜੁਆਇਨ ਕਰ ਲਿਆ। ਪਰ ਲੇਕਿਨ ਇਹਦੇ ਵਿੱਚ ਵੀ ਬੜਾ ਅੱਛਾ ਫਾਇਦਾ ਵੀ ਹੁੰਦਾ ਅਤੇ ਬਿਲਕੁਲ ਜਿਸਮ ਦੇ ਲਈ ਵੀ ਬੜਾ ਜ਼ਰੂਰੀ ਹੈ ਕਿਉਂਕਿ ਵੇਟ ਜਿਹੜਾ ਉਹ ਬਹੁਤ ਸਾਰੀ ਬਿਮਾਰੀਆਂ ਨੂੰ ਲੈ ਕੇ ਆਉਂਦਾ ਹੈ ਜੀ। ਅਤੇ ਇਹ ਵੀ ਇੱਕ ਅੱਛਾ ਹੈ ਦੁਨਿਆਵੀ ਅਗਰ ਨੁਕਤਾ ਨਿਗਾਹ ਦੇ ਨਾਲ ਦੇਖੀਏ, ਸਪਿਰਿਚੁਅਲੀ ਤਾਂ ਹੈ ਹੀ ਹੈ ਜੀ, ਲੇਕਿਨ ਦੁਨਿਆਵੀ ਨੁਕਤਾ ਨਿਗਾਹ ਦੇ ਨਾਲ ਵੀ ਰੋਜ਼ਾ ਜਿਹੜਾ ਉਹ ਜਿਸਮ ਦੇ ਲਈ ਫਾਇਦੇਮੰਦ ਹੈ ਜੀ। ਠੀਕ, ਵੈਰੀ ਗੁੱਡ। ਚਲੋ ਮੈਂ ਤੁਹਾਨੂੰ ਲੈ ਜਾਂਦਾ ਗਾ। ਬੜੇ ਖਾਮੋਸ਼ ਹੋ ਕੇ ਬੈਠੇ ਨੇ ਸਾਡੇ ਭਾਈ ਮਿਸਟਰ ਅਲਬੀਰ ਮਸੀਹ ਜੀ ਜੋ ਕਿ ਲੈਸਟਰ ਤੋਂ ਸਾਡੇ ਨਾਲ ਨੇ। ਉਹਨਾਂ ਨੂੰ ਜ਼ਿਆਦਾ ਬੋਲਦੇ ਨਹੀਂ ਲੇਕਿਨ ਖੁਦਾਵੰਦ ਦੀ ਖਿਦਮਤ ਛੁਪ ਕੇ ਔਰ ਆਪਣੇ ਢੰਗ ਤਰੀਕੇ ਨਾਲ ਕਰਦੇ ਗਏ ਅਤੇ ਬੜੇ ਲੋਕਾਂ ਨੂੰ ਉਹ ਖੁਦਾਵੰਦ ਦੇ ਕੋਲ ਲੈ ਕੇ ਆਏ। ਬੜੇ ਉਹਨਾਂ ਨੂੰ ਖੁਦਾਵੰਦ ਇੱਕ ਬੜੀ ਨਿਯਮਤ ਦਿੱਤੀ, ਇੱਕ ਬਰਕਤ ਦਿੱਤੀ ਹੈ ਕਿ ਜਿਹਦੇ ਨਾਲ ਉਹ ਉਹਨਾਂ ਲੋਕਾਂ ਨੂੰ ਦੀ ਹੈਲਪ ਕਰਦੇ ਨੇ ਜਿਹੜੇ ਨਾਟ ਓਨਲੀ ਕ੍ਰਿਸਚਨਸ ਪਰ ਉਹ ਲੋਕ ਜਿਹੜੇ ਜਿਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਹੁੰਦੀ, ਇੱਕ ਜ਼ਰੂਰਤ ਹੁੰਦੀ ਕਿ ਲੈਸਟਰ ਦੇ ਚਾਹੁੰਦੇ ਹਾਂ ਕਿ ਇੱਕ ਫੈਕਟਰੀ ਦੇ ਮਾਲਕ ਵੀ ਨੇ ਅਤੇ ਖੁਦਾਵੰਦ ਨੇ ਇਹਨਾਂ ਨੂੰ ਬੜੀ ਬਰਕਤ ਦਿੱਤੀ ਹੋਈ ਹੈ। ਅਤੇ ਮੈਂ ਲੈ ਜਾਂਦਾ ਹੈਗਾ ਸਾਡੇ ਭਾਈ ਮਾਈ ਓਲਡੈਸਟ ਬ੍ਰਦਰ ਭਾਈ ਅਲਬੀਰ ਸਾਹਿਬ ਜੀ ਦੇ ਕੋਲ। ਅਤੇ ਲੈਸਟਰ ਦੇ ਵਿੱਚ ਤੁਹਾਡੀ ਖਿਦਮਤ, ਤੁਹਾਡੀ ਸੇਵਾ ਜਿਹੜੀ ਉਹ ਕਿਸ ਤਰ੍ਹਾਂ ਚੱਲ ਰਹੀ ਹੈ? ਸਾਰਿਆਂ ਨੂੰ ਸਲਾਮ, ਜੈ ਮਸੀਹ ਜੀ। ਮੈਂ ਏਸ਼ੀਅਨ ਕ੍ਰਿਸਚੀਅਨ ਫੈਲੋਸ਼ਿਪ ਲੈਸਟਰ ਤੋਂ ਉਹਨਾਂ ਦੇ ਐਲਡਰ ਉੱਥੇ ਕੰਮ ਕਰਦਾ ਹੈਗਾ ਔਰ ਖੁਦਾ ਦਾ ਬੜਾ ਸ਼ੁਕਰ ਆ ਕਿ ਅਸੀਂ ਜਿੰਨੇ ਵੀ ਭੈਣ ਭਾਈ ਉੱਥੇ ਖੁਦਾ ਦੀ ਖਿਦਮਤ ਕਰਦੇ ਹਾਂ ਔਰ ਖੁਦਾ ਦੀ ਬੜੀ ਆਸ਼ੀਸ਼, ਖੁਦਾ ਦੀ ਬੜੀ ਬਰਕਤ ਆ। ਸਾਡੇ ਨਾਲ ਬਹੁਤ ਸਾਰੇ ਜਿਹੜੇ ਆ ਨਾਨ ਕ੍ਰਿਸਚੀਅਨ ਭੈਣ ਭਾਈ ਆ ਕਿ ਜਿਨ੍ਹਾਂ ਨੇ ਬੜੀ ਆਸ਼ੀਸ਼, ਬੜੀ ਬਰਕਤ ਪਾਈ ਆ, ਬੜੀਆਂ ਬਿਮਾਰੀਆਂ ਤੋਂ ਸ਼ਿਫਾ ਪਾਈ ਆ। ਬਹੁਤ ਸਾਰੇ ਭੈਣ ਭਾਈ ਸੀ ਜਿਹੜੇ ਕਿ ਬਹੁਤ ਬਦਰੂਹਾਂ ਦੇ ਨਾਲ ਜਕੜੇ ਹੋਏ ਸੀ, ਉਹਨਾਂ ਨੇ ਪ੍ਰਭੂ ਨੇ ਉਹਨਾਂ ਨੂੰ ਆਜ਼ਾਦ ਕੀਤਾ। ਅਸੀਂ ਖੁਦਾ ਦਾ ਬੜਾ ਸ਼ੁਕਰ ਕਰਦੇ ਹਾਂ ਔਰ ਸਾਡੇ ਮਗਰ ਸਾਡੇ ਪਾਸਟਰ ਸਾਹਿਬਾਨ ਜਿੰਨੇ ਵੀ ਆ ਉਹਨਾਂ ਦਾ ਬੜਾ ਜ਼ੋਰ ਹੈ ਕਿ ਉਹ ਸਾਡੇ ਲਈ ਫਾਸਟਿੰਗ ਕਰਕੇ ਪ੍ਰੇ ਕਰਦੇ ਆ ਕਿ ਜਦ ਕਿ ਰੋਜ਼ਿਆਂ ਦਾ ਟਾਈਮ ਚੱਲ ਰਿਹਾ ਹੈਗਾ, ਫਾਸਟਿੰਗ ਦਾ ਟਾਈਮ ਚੱਲ ਰਿਹਾ ਹੈਗਾ ਔਰ ਸਾਡੇ ਵਿੱਚ ਹੋਰ ਸਾਡੇ ਭੈਣ ਭਾਈ ਜਿਹੜੇ ਹੈਗੇ ਆ ਉਹ ਬਹੁਤ ਫਾਸਟਿੰਗ ਕਰਕੇ ਪ੍ਰੇ ਕਰਦੇ ਆ। ਜਦੋਂ ਅਸੀਂ ਫਾਸਟਿੰਗ ਕਰਕੇ ਪ੍ਰੇ ਕਰਦੇ ਹੈਗੇ ਆ ਅਤੇ ਪ੍ਰਭੂ ਦੀ ਸਾਨੂੰ ਇੱਕ ਸਪੈਸ਼ਲ ਅਨੋਇੰਟਿੰਗ ਮਿਲਦੀ ਹੈ, ਸਪੈਸ਼ਲ ਤਾਕਤ ਮਿਲਦੀ ਹੈ, ਪਵਿੱਤਰ ਆਤਮਾ ਸਾਡੇ ਵਿੱਚ ਕੰਮ ਕਰਦਾ ਹੈ ਔਰ ਜਦੋਂ ਪਵਿੱਤਰ ਆਤਮਾ ਕੰਮ ਕਰਦਾ ਹੈ ਤਾਂ ਫਿਰ ਅਸੀਂ ਬਿਮਾਰੀਆਂ ਤੋਂ ਔਰ ਇਹੋ ਜਿਹੀਆਂ ਜਿੰਨੇ ਵੀ ਅਸੀਂ ਸ਼ੈਤਾਨ ਦੇ ਜੋ ਵੀ ਬੰਧਨ ਹਨ ਅਸੀਂ ਉਹਨਾਂ ਵਿੱਚ ਜਕੜੇ ਹੋਏ ਹਾਂ ਤਾਂ ਸਾਨੂੰ ਉਹ ਪ੍ਰਭੂ ਉਹਨਾਂ ਤੋਂ ਆਜ਼ਾਦ ਕਰਦਾ ਹੈ ਕਿਉਂਕਿ ਸਿਰਫ ਅਤੇ ਸਿਰਫ ਪਰਮੇਸ਼ਵਰ ਹੀ ਸਾਨੂੰ ਦੁੱਖਾਂ, ਬਿਮਾਰੀਆਂ ਔਰ ਇਹਨਾਂ ਸ਼ੈਤਾਨ ਦੀਆਂ ਤਾਕਤਾਂ ਤੋਂ ਇਹ ਆਜ਼ਾਦ ਕਰ ਸਕਦਾ ਹੈ। ਹੋਰ ਦੁਨੀਆ ਵਿੱਚ ਕੋਈ ਇਹੋ ਜਿਹੀ ਤਾਕਤ ਨਹੀਂ ਹੈ ਜੋ ਕੋਈ ਸ਼ੈਤਾਨ ਦੇ ਬੰਧਨਾਂ ਜੋ ਤੁਹਾਨੂੰ ਆਜ਼ਾਦ ਕਰ ਸਕੇ। ਔਰ ਅਸੀਂ ਆਪਣੇ ਚਰਚ ਬਾਰੇ ਇਹ ਸਪੈਸ਼ਲ ਕਹਿ ਸਕਦੇ ਹਾਂ ਕਿ ਪ੍ਰਭੂ ਨੇ ਬਹੁਤ ਹੀ ਉੱਥੇ ਆਪਣੀ ਪਵਿੱਤਰ ਆਤਮਾ ਦਾ ਉੱਥੇ ਕੰਮ ਹੋ ਰਿਹਾ ਔਰ ਪ੍ਰਭੂ ਨੇ ਬੜੀ ਆਸ਼ੀਸ਼ ਔਰ ਬੜੀ ਬਰਕਤ ਦਿੱਤੀ ਹੈ। ਔਰ ਜਿਸ ਭੈਣ ਭਾਈ ਨੇ ਵੀ ਸਾਡੇ ਲੈਸਟਰ ਦੇ ਵਿੱਚ ਕਿਸੇ ਵੀ ਇਹੋ ਜਿਹੇ ਸ਼ੈਤਾਨ ਦੇ ਜੋ ਵਿੱਚ ਜਕੜੇ ਹੋਏ ਆ ਉਹ ਜ਼ਰੂਰ ਸੈਰੀਸਰ ਰੋਡ 'ਤੇ ਆਪਣੇ ਚਰਚ ਹੈ, ਮੈਥੋਲਿਸਟ ਚਰਚ ਹੈ, ਉੱਥੇ ਸਾਡੇ ਨਾਲ ਆ ਕੇ ਜ਼ਰੂਰ ਪ੍ਰਭੂ ਦੀ ਇਬਾਦਤ ਦੇ ਵਿੱਚ ਸ਼ਾਮਿਲ ਹੋਣ। ਭਾਜੀ ਤੁਸੀਂ ਇੱਕ ਚੀਜ਼ ਦੱਸੀ ਕਿ ਸਾਡੇ ਚਰਚ ਦੇ ਮੌਜ ਦੀ ਅਤੇ ਮਿਰਕਲ ਹੁੰਦੇ ਆ, ਤੁਸੀਂ ਉਹਦੀ ਗੱਲ ਕਰ ਰਹੇ ਹੈਗੇ ਆ। ਇਹ ਕੋਈ ਦੱਸ ਸਕਦੇ ਹੋ ਕੋਈ ਜਿਹੜੇ ਭੈਣ ਭਾਈ ਵਾਚ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਵੀ ਇਹਦੇ ਵਿੱਚੋਂ ਫਾਇਦਾ ਹੋ ਸਕੇ, ਮਿਲ ਸਕੇ ਕਿ ਖੁਦਾਵੰਦ ਯਿਸੂ ਮਸੀਹ ਦੇ ਨਾਮ ਦੇ ਵਿੱਚ ਲੋਕ ਚੰਗੇ ਹੁੰਦੇ ਹਨ? ਤੁਹਾਡੇ 'ਚ ਰੀਸੈਂਟਲੀ ਤੁਹਾਡਾ ਕੋਈ ਇੱਦਾਂ ਦਾ ਕੋਈ ਐਕਸਪੀਰੀਅੰਸ ਹੋਇਆ ਤੁਹਾਡੇ ਆਪਣੇ ਚਰਚ ਦੇ ਵਿੱਚ ਜਿਹਦੇ ਨਾਲ ਕੋਈ ਚੰਗਾ ਹੋ ਗਿਆ ਹੋਵੇ? ਹਾਂਜੀ, ਰੀਸੈਂਟਲੀ ਮੈਂ ਪਹਿਲੀ ਗੱਲ ਤਾਂ ਮੈਂ ਆਪਣੇ ਬਾਰੇ ਦੱਸਾਂਗਾ ਕਿ 8 ਅਗਸਤ 2012 ਦੇ ਵਿੱਚ ਮੈਂ ਚਰਚ ਦੀ ਚਾਬੀ ਮੇਰੇ ਕੋਲ ਸੀਗੀ ਔਰ ਚਰਚ ਮੈਂ ਖੋਲ੍ਹਣ ਗਿਆ ਔਰ ਮੈਨੂੰ ਇੱਕ ਸੈਕਿੰਡ ਦੇ ਲਈ ਪਤਾ ਹੀ ਨਹੀਂ ਲੱਗਾ ਕਿ ਵੀ ਕਿਸ ਤਰੀਕੇ ਗੱਡੀ ਮੈਂ ਸਟਾਰਟ ਛੱਡ ਕੇ ਚਲਾ ਗਿਆ
ਜਦੋਂ ਮੈਂ ਆ ਕੇ ਗੱਡੀ ਮੁੜ ਕੇ ਦੁਬਾਰਾ ਉਸ 'ਤੇ ਗੱਡੀ 'ਚ ਬੈਠਿਆ ਔਰ ਮੈਨੂੰ ਇੱਕ ਸੈਕਿੰਡ ਦੇ ਲਈ ਮੈਂ ਬਿਲਕੁਲ ਇੱਦਾਂ ਲੱਗਾ ਕਿ ਮੈਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਔਰ ਮੇਰੀ ਗੱਡੀ ਜਿਹੜੀ ਸੀ ਉਹ ਚਰਚ ਦੇ ਹਾਲ ਵਿੱਚ ਜਾ ਵੜੀ। ਜਦੋਂ ਗੱਡੀ ਮਿਡਲ ਦੇ ਵਿੱਚ ਚਲੇ ਗਈ ਹਾਲ ਦੇ ਤੇ ਮੈਂ ਦੇਖਿਆ ਤਾਂ ਮੇਰੀਆਂ ਅੱਖਾਂ ਖੁੱਲੀਆਂ ਔਰ ਲੋਕ ਜੋ ਬਾਹਰ ਦੇਖ ਰਹੇ ਸੀ ਉਹਨਾਂ ਨੇ ਕੋ ਬਹੁਤ ਸਾਰੇ ਕੰਗਰੀਗੇਸ਼ਨ ਦੇ ਜਿਹੜੇ ਮੈਂਬਰ ਸੀਗੇ ਉਹ ਬਾਹਰ ਖੜੇ ਵਾਚ ਕਰ ਰਹੇ ਸੀ ਮੈਨੂੰ ਕਿ ਇਹ ਕੀ ਹੋ ਰਿਹਾ ਹੈਗਾ। ਤੇ ਉਹ ਜਿਹੜਾ ਚਰਚ ਦਾ ਹਾਲ ਸੀਗਾ ਉਹਦੇ ਵਿੱਚ ਬਿਲਕੁਲ ਪੂਰੀ ਗੱਡੀ ਜਾ ਸਕਦੀ ਸੀ ਔਰ ਮੈਨੂੰ ਇਹ ਪਤਾ ਨਹੀਂ ਲੱਗਾ ਕਿ ਕਿਸ ਤਰੀਕੇ ਦੇ ਨਾਲ ਉਹ ਗੱਡੀ ਜਿਹੜੀ ਆ ਉਹ ਚਰਚ ਦੇ ਹਾਲ ਦੇ ਵਿੱਚ ਚਲੇ ਗਈ ਔਰ ਸਾਰੇ ਲੋਕ ਇਹੀ ਕਹਿ ਰਹੇ ਸੀ ਕਿ ਬੰਦਾ ਮਰ ਗਿਆ ਲੇਕਿਨ ਪ੍ਰਭੂ ਨੇ ਮੈਨੂੰ ਜਰਾ ਵੀ ਆਂਚ ਨਹੀਂ ਆਉਣ ਦਿੱਤੀ ਔਰ ਮੈਂ ਖੁਦਾ ਦਾ ਸ਼ੁਕਰ ਕਰਦਾ ਕਿ ਮੈਂ ਜਿਸ ਤਰ੍ਹਾਂ ਹਾਲ ਦੇ ਵਿੱਚ ਵੜਿਆ ਸੀ ਉਸੇ ਤਰੀਕੇ ਦੇ ਨਾਲ ਮੈਂ ਬਿਲਕੁਲ ਗੱਡੀ ਦੇ ਵਿੱਚੋਂ ਬਾਹਰ ਨਿਕਲਿਆ ਔਰ ਲੋਕ ਦੇਖ ਕੇ ਪ੍ਰਭੂ ਦੀ ਬੜੀ ਮਹਿਮਾ ਬੜੀ ਸਤੁਤੀ ਕਰ ਰਹੇ ਸੀ ਕਿ ਉਸਨੇ ਆਪਣੇ ਸੇਵਕ ਨੂੰ ਬਚਾ ਲਿਆ, ਉਸਨੇ ਆਪਣੇ ਉੱਤੇ ਵਿਸ਼ਵਾਸ ਕਰਨ ਵਾਲੇ ਨੂੰ ਬਚਾ ਲਿਆ ਔਰ ਮੈਂ ਖੁਦਾ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਔਰ ਰੀਸੈਂਟਲੀ ਸਾਡੇ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਇੱਕ ਫੈਮਿਲੀ ਸੀ ਕਿ ਜਿਹੜੀ ਬਹੁਤ ਹੀ ਬੁਰੀ ਤਰ੍ਹਾਂ ਉਹਨਾਂ ਨੂੰ ਬਦਰੂਆਂ ਨੇ ਜਕੜਿਆ ਹੋਇਆ ਸੀਗਾ ਔਰ ਉਹ ਪਿਛਲੇ 2 ਵੀਕ ਪਹਿਲਾਂ ਹੀ ਉਹਨਾਂ ਨੇ ਪ੍ਰਭੂ ਨੇ ਉਹਨਾਂ ਨੂੰ ਆਜ਼ਾਦ ਕੀਤਾ ਔਰ ਅਸੀਂ ਬਹੁਤ ਹੀ ਖੁਦਾ ਦੇ ਧੰਨਵਾਦ ਹਾਂ, ਬੜੇ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਆਪਣੇ ਬੰਦਿਆਂ ਦਾ ਆਪਣਾ ਕੰਮ ਲੈਂਦਾ ਹੈ ਔਰ ਆਪਣੇ ਕੰਮ ਕਰਦਾ ਹੈ। ਜਿਹੜੀ ਤੁਸੀਂ ਕਹਿ ਰਹੇ ਕਿ ਸ਼ੈਤਾਨ ਨੇ ਜਕੜਿਆ ਸੀ, ਸ਼ੈਤਾਨ ਨੇ ਕਿਸ ਤਰ੍ਹਾਂ ਉਹਨੂੰ ਜਕੜਿਆ ਸੀ, ਕਿਸ ਚੀਜ਼ ਤੋਂ ਉਹਨਾਂ ਨੂੰ ਛੁਟਕਾਰਾ ਮਿਲਿਆ ਜਾਂ ਕਿ ਉਹ ਆਜ਼ਾਦ ਹੋਏ? ਕਿ ਜਦੋਂ ਅਸੀਂ ਉਹ ਬੱਚੀ ਨੂੰ ਦੇਖਿਆ ਤਾਂ ਉਹ ਬੜੀ ਬੁਰੀ ਤਰ੍ਹਾਂ ਚੀਕਾ ਮਾਰ ਰਹੀ ਸੀ ਔਰ ਖੇਲ ਰਹੀ ਸੀ ਔਰ ਉਹ ਆਪਣੇ ਬਾਲ ਹਿਲਾ ਰਹੀ ਸੀ ਔਰ ਡਿੱਗ ਪੈਂਦੀ ਸੀ ਔਰ ਬਹੁਤ ਹੀ ਬੁਰੀ ਉਹਦੀ ਹਾਲਤ ਸੀ, ਉਸ ਨੂੰ ਕੁਝ ਪਤਾ ਨਹੀਂ ਸੀ ਲੱਗਦਾ। ਲੇਕਿਨ ਜਦੋਂ ਅਸੀਂ ਸਾਰਿਆਂ ਨੇ ਮਿਲ ਕੇ ਔਰ ਜਿੰਨੇ ਵੀ ਸਾਡੇ ਉੱਥੇ ਭੈਣ ਭਾਈ ਆਉਂਦੇ ਆ ਜਿੰਨੇ ਸਾਰਿਆਂ ਨੇ ਮਿਲ ਕੇ ਅਸੀਂ ਪ੍ਰੇ ਕੀਤੀ ਔਰ ਪ੍ਰਭੂ ਨੇ ਉਹਨਾਂ ਨੂੰ ਉਸ ਬੱਚੀ ਨੂੰ ਛੁਟਕਾਰਾ ਦਿੱਤਾ ਔਰ ਅੱਜ ਉਹ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਪ੍ਰਭੂ ਦੇ ਨਜ਼ਦੀਕ ਆ ਗਿਆ ਔਰ ਪ੍ਰਭੂ ਦੀ ਵਿਸ਼ਵਾਸ ਦੇ ਵਿੱਚ ਆ ਗਿਆ। ਉਹਨਾਂ ਨੇ ਆਪਣਾ ਨਜ਼ਾਤ ਔਰ ਮੁਕਤੀ ਦਾਤਾ ਉਸ ਨੂੰ ਸਵੀਕਾਰ ਕੀਤਾ। ਆਮੀਨ। ਭੈਣਾਂ ਤੇ ਭਾਈਓ ਦੋਸਤੋ, ਅੱਜ ਇਹ ਬੜੀ ਖੁਸ਼ੀ ਦੀ ਖਬਰ ਹੈ ਕਿ ਜੋ ਲੈਸਟਰ ਦੇ ਵਿੱਚ ਹੋ ਰਹੀ ਹੈ ਲੇਕਿਨ ਉਹ ਖੁਦਾਵੰਦ ਹੈ ਜੋ ਹਰ ਤੁਹਾਡੇ ਡਾਇਨਿੰਗ ਰੂਮ ਦੇ ਵਿੱਚ ਵੀ ਤੈਨੂੰ ਚੰਗਾ ਕਰ ਸਕਦਾ ਹੈ। ਅਗਰ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੈ, ਕੋਈ ਲੋੜ ਹੈ, ਅੱਜ ਯਿਸੂ ਮਸੀਹ ਦੇ ਕੋਲ ਲੈ ਕੇ ਆਈਏ। ਹੀ ਇਜ਼ ਦ ਪ੍ਰੋਵਾਈਡਰ, ਹੀ ਇਜ਼ ਦ ਹੀਲਰ। ਉਹ ਤੁਹਾਡੀ ਹਰ ਲੋੜ ਨੂੰ, ਹਰ ਜ਼ਰੂਰਤ ਨੂੰ ਪੂਰਾ ਕਰ ਸਕਦਾ ਹੈ। ਭਾਈ ਅਲਬੀਰ ਜੀ ਦੇ ਕੋਲ ਅਸੀਂ ਸੁਣਿਆ ਕਿ ਉਹ ਜਦ ਕਿ ਇੱਕ ਬੜੇ ਹਾਦਸੇ ਦੇ ਵਿੱਚੋਂ ਉਹਨਾਂ ਨੂੰ ਖੁਦਾਵੰਦ ਨੇ ਕੱਢਿਆ, ਜਦ ਕਿ ਇੱਕ ਆਲਮੋਸਟ ਮੌਤ ਦੇ ਮੂੰਹ ਦੇ ਵਿੱਚ ਹੀ ਉਹ ਚਲੇ ਗਏ, ਲੇਕਿਨ ਖੁਦਾਵੰਦ ਦਾ ਕਲਾਮ ਦੱਸਦਾ ਹੈ ਕਿ ਭਾਵੇਂ ਤੂੰ ਮੌਤ ਦੀ ਛਾਂ ਦੀ ਵਾਦੀਆਂ ਦੇ ਵਿੱਚ ਤੇਰਾ ਗੁਜ਼ਰ ਕਿਉਂ ਨਾ ਹੋਵੇ, ਤੂੰ ਕਿਸੇ ਬਦੀ ਤੇ ਕਿਸੇ ਬਲਾ ਤੋਂ ਨਹੀਂ ਡਰਦਾ ਕਿਉਂਕਿ ਤੂੰ ਮੇਰੇ ਨਾਲ ਹੈ। ਜਦੋਂ ਉਹ ਸਾਡੇ ਨਾਲ ਹੈ ਤੇ ਹਰ ਚੀਜ਼ ਆਸਾਨ ਹੋ ਜਾਂਦੀ ਹੈ। ਤੇ ਇਸ ਲਈ ਸਾਨੂੰ ਉਹਦਾ ਸਾਥ ਜਿਹੜਾ ਹੈਗਾ ਉਹ ਨਹੀਂ ਛੱਡਣਾ ਚਾਹੀਦਾ, ਉਹਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਹੈ। ਤੇ ਦੋਸਤੋ ਭੈਣੋ ਭਾਈਓ ਜੋ ਅੱਜ ਇਸ ਪ੍ਰੋਗਰਾਮ ਨੂੰ ਵਾਚ ਕਰ ਰਹੇ ਦੇਖ ਰਹੇ ਹੋ, ਮੈਂ ਤੇਰੇ ਨਾਲ ਅਗਰ ਤੁਸੀਂ ਟੈਲੀਫੋਨ 'ਤੇ ਗੱਲ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਪਲੀਜ਼ ਸਾਡੇ ਨਾਲ ਟੈਲੀਫੋਨ 'ਤੇ ਗੱਲ ਕਰੀਏ। ਅਗਰ ਤੁਹਾਡੀ ਕੋਈ ਦੁਆ ਹੈ, ਕੋਈ ਰਿਕੁਐਸਟ ਹੈ ਜਿਹੜੀ ਹਾਲੇ ਤੱਕ ਤੁਸੀਂ ਅਧੂਰੇ ਹੋ, ਕੋਈ ਦੁਆ ਦਾ ਜਵਾਬ ਨਹੀਂ ਆਇਆ, ਤੇ ਖੁਦਾਵੰਦ ਜ਼ਰੂਰ ਦੁਆਵਾਂ ਦਾ ਜਵਾਬ ਦਿੰਦਾ ਹੈ। ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਦਿੰਦਾ ਜਾਵਾਂਗਾ ਕਿ ਜਿਸ ਤਰ੍ਹਾਂ ਅਸੀਂ ਕਾਫੀ ਸਾਲਾਂ ਤੋਂ ਜਿਹੜਾ ਹੋਲੀ ਲੈਂਡ ਦਾ ਟੂਰ ਕਰਦੇ ਗਏ, ਇਹ ਸਾਲ ਜੋ ਟੂਰ ਸਾਡਾ ਹੋਏਗਾ ਉਹ 6 ਤਾਰੀਖ ਤੋਂ ਸਤੰਬਰ ਤੋਂ ਲੈ ਕੇ 17 ਤੱਕ ਹੋਵੇਗਾ। ਅਗਰ ਜਿੰਨੇ ਭਾਈ ਭੈਣ ਇਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ, ਜਾਣਾ ਚਾਹੁੰਦੇ ਤਾਂ ਪਲੀਜ਼ ਜ਼ਰੂਰ ਮੇਰਾ ਨੰਬਰ TV ਦੇ ਉੱਪਰ ਤੁਸੀਂ ਆਉਂਦਾ ਹੋਏਗਾ, ਤੁਸੀਂ ਜ਼ਰੂਰ ਉਹਨੂੰ ਨੋਟ ਕਰ ਸਕਦੇ ਹੋ ਤੇ ਮੇਰੇ ਨਾਲ ਗੱਲ ਕਰ ਸਕਦੇ ਹੋ। ਯਾਦ ਰੱਖੀਏ ਇਹਨਾਂ ਡੇਟਾਂ ਨੂੰ, 6 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਇਹ 12 ਦਿਨ ਦਾ ਟੂਰ ਹੁੰਦਾ ਹੈਗਾ। ਤੇ ਇਸ ਲਈ ਅਸੀਂ ਹਰ ਸਾਲ ਦੀ ਤਰ੍ਹਾਂ ਮੈਂ ਕਾਫੀ ਦੇਰ ਤੋਂ 1984 ਤੋਂ ਜਾ ਰਿਹਾ ਹਾਂ ਤੇ ਮੈਂ ਚਾਹੁੰਦਾ ਕਿ ਹਰ ਸ਼ਖਸ ਨੂੰ ਜਾਣਾ ਚਾਹੀਦਾ ਇੱਕ ਦਫਾ ਲਾਈਫ ਦੇ ਵਿੱਚ, ਤਾਂ ਕਿ ਉਸ ਜਗ੍ਹਾ ਤਾਂ ਜਾ ਕੇ ਐਕਸਪੀਰੀਅੰਸ ਕਰ ਸਕੇ, ਦੇਖ ਸਕੇ ਉਹ ਜਗ੍ਹਾ ਜਿੱਥੇ ਉਹ ਪਵਿੱਤਰ ਧਰਤੀ ਜਿੱਥੇ ਯਿਸੂ ਦੇ ਕਦਮ ਚੱਲੇ। ਤੇ ਪਾਦੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਵੀ ਇਸ ਗੱਲ ਨੂੰ, ਕਿਉਂਕਿ ਜਿਸ ਤਰ੍ਹਾਂ ਤੁਸੀਂ ਇਨਕਰੇਜ ਕਰ ਰਹੇ ਹੋ ਲੋਕਾਂ ਨੂੰ ਫੋਨ ਕਰਨ ਲਈ, ਤੇ ਹੋ ਸਕਦਾ ਤੁਹਾਡੇ ਦਿਲ 'ਚ ਇਹ ਖਿਆਲ ਆਉਂਦਾ ਹੋਵੇ ਕਿ ਵੀ ਮਤਲਬ ਕਿਉਂ ਇਹਨਾਂ ਨੂੰ ਫੋਨ ਕਰੀਏ ਅਸੀਂ ਸ਼ਿਫਾ ਵਾਸਤੇ, ਤੇ ਇਹਨਾਂ ਨੂੰ ਕਿੱਦਾਂ ਪਤਾ ਕਿ ਸਾਡੀ ਸ਼ਿਫਾ ਹੋ ਜਾਣੀ ਹੈ। ਬਾਈਬਲ ਦੇ ਵਿੱਚ ਨਵੇਂ ਅਹਿਦਨਾਮੇ 'ਚ ਯੋਹੰਨਾ ਦਾ ਪਹਿਲਾ ਖੱਤ ਜਿਹੜਾ ਵਾ ਉਹਦੇ 5 ਬਾਬ ਦੇ ਵਿੱਚੋਂ ਮੈਂ 2 ਆਇਤਾਂ ਪੜ੍ਹਾਂਗਾ। ਕਿਉਂ ਮਸੀਹੀ ਕਿਉਂ ਦਾਵਾ ਕਰਦੇ ਨੇ, ਠੀਕ ਹੈ, ਉਹਦੇ ਨਾਲ ਮੈਂ ਤੁਹਾਨੂੰ ਇੱਕ ਗਵਾਹੀ ਵੀ ਸ਼ੇਅਰ ਕਰਾਂਗਾ 1-2 ਮਿੰਟ ਦੀ। इसलिए ਅਸੀਂ दावा करना है कि कलाम जिथे लिखा है, और हमें जो उसके सामने दिलेरी है उसका सबब ये है कि अगर उसकी मर्ज़ी के मुआफिक कुछ मांगते हैं तो वो हमारी सुनता है, और जब हम जानते हैं कि जो कुछ हम मांगते हैं वो हमारी सुनता है तो ये भी जानते हैं कि जो कुछ हमने उससे मांगा है वो पाया है।
عزیزو آپ کے ایمان کو بڑھانے کے لیے میں یہ بات بتانا چاہتا ہوں. یہ 1-1.5 مہینے پہلے کی بات ہے. رات کے 11 بجے کا ٹائم تھا. پاکستان سے کسی نے فون کیا اور اس بہن نے کہا کہ میری جو دوسری بڑی بہن ہے وہ اس کے پیٹ کا کل آپریشن ہونا ہے اور بہت حالت خراب ہے, جب آپ چرچ کریں تو اس وقت اس کے لیے دعا کریں. تو مجھے پتہ ہے آپ سنڈے کو چرچ کرتے ہیں, تو جب آپ چرچ کریں گے تو اس کے لیے دعا کریں. فرائیڈے کا دن تھا. تو میں نے کہا بیٹا کیوں ہم اس وقت تک ویٹ کریں سنڈے تک کا. یسوع مسیح تو اس وقت بھی جاگ رہا ہے, کیونکہ ہمارا خدا نہ سوتا ہے نہ اونگتا ہے, اور وہ ہمیشہ دعاؤں کا سننے والا ہے. تو میں نے کہا میں ابھی آپ کے ساتھ دعا کرتا ہوں, اور آپ ایمان رکھیں, جب صبح آپ ہاسپٹل جائیں گی تو آپ دیکھیں کہ بھی وہ آپ کی بہن بالکل ٹھیک ہوگی. تو پھر میں نے خداوند پر ایمان رکھتے ہوئے, جیسا کہ اس کلام میں سے ابھی ہم نے پڑھا کہ ہمیں معلوم ہے دلیری ہے ہمیں, اور اس دلیری میں نے پھر جب دعا کی اور اس بیماری کو جھڑکا یہاں سے, تو اس کی جو وہاں بیماری تھی وہ یہ تھی کہ اس کی انتڑیاں ٹوسٹ ہوئی تھی, اور ڈاکٹروں نے 3 ہاسپٹلس نے جواب دے دیا تھا. انہوں نے کہا تھا 4 دن ہو گئے ہیں, یہ ڈیفینیٹلی گینگرین ہو گیا اس کے اندر, اور یہ جو ہے جو میڈیکل کے لوگ ہیں وہ جانتے ہوں گے گینگرین کیا ہے. تو وہ یہ اگر ہم آپریٹ کریں گے تو یہ مر جائے گی, کیونکہ اس میں خون کی بھی کمی ہے. تو ایک ہاسپٹل والوں نے رسک لیا ہوا تھا, اس کو داخل کیا ہوا تھا. اور جس وقت رات کو میں نے یہاں دعا کیا اس وقت اس بیٹی کے مطابق پاکستان میں رات کے 2 بجے ہوئے تھے, اور وہی وقت خداوند یسوع نے اس کی بہن کو ہاسپٹل میں چھوا, اور اسی وقت اس کی انتڑیاں جو تھی کھل گئیں اور اس کا پیٹ چل گیا, اس کو بڑی الٹی ہوئی, اور اگلے دن صبح ڈاکٹروں کو یہ کہنا پڑا کہ یہ ایک معجزہ ہے. وہ آج بھی معجزے کرتا ہے, کیونکہ یسوع مسیح آج کل اور ابد تک یکساں ہے. تو میرے عزیزو آپ بالکل فکر نہ کریں کہ شاید ہم ٹیلی فون پہ ہیں, ہم آپ کو چھو نہیں سکتے, لیکن یسوع آپ کو چھو سکتا ہے. وہ آپ کے نزدیک ہے, وہ ہم سے پہلے آپ کی آواز کو سنے گا. ہم صرف آپ کے لیے اس کے حضور گڑ گڑائیں گے, بولیں گے. آپ جو بھی درخواست ہے آپ خداوند کے حضور لائیں. آج خداوند آپ کی زندگی میں معجزہ کرنے کے لیے تیار ہے. صرف آپ ایمان کے ساتھ آ جائیں, اس کی مرضی کے مطابق آپ کو ضرور ملے گا. آمین. یسوع کے نام میں. یس دوستو ਭੈਣ ਤੇ ਭਾਈਓ, ਮੈਂ ਆਪਣੇ ਬਿਸ਼ਪ ਸਾਹਿਬ ਦੇ ਕੋਲੋਂ ਫਿਰ ਲੈ ਜਾਣਾ ਹੈਗਾ. ਬਿਸ਼ਪ ਸਾਹਿਬ ਜੀ, ਪਾਸਟਰ ਜੀ ਨੇ ਅਭੀ ਮੌਜਜ਼ੇ ਦੀ ਗੱਲ ਕਰ ਰਹੇ ਨਾ, ਕਿ ਇਹ ਮੌਜਜ਼ੇ ਅੱਜ ਵੀ ਹੁੰਦੇ ਨੇ? Is Jesus still healing people today? بالکل. خداوند یسوع المسیح نے آسمان پر جانے سے پہلے یہ فرمایا کہ میں دوسرا مددگار تمہارے لیے بھیجوں گا اور تمہیں کبھی بھی تنہا نہیں چھوڑوں گا. ہولی اسپرٹ جو عید پینتیکوست کے دن کلیسیا پر خداوند کے شاگردوں پر نازل ہوا, وہ آج بھی رہنمائی کرتا ہے, اور ہسٹری جو ہے وہ بتاتی ہے, کلام مقدس ہمیں بتاتا ہے, اور ابھی بھی زندہ گواہیاں موجود ہیں جو لوگوں نے دیکھی. ابھی بھائی نے لیسٹر سے فرمایا اپنے ایکسپیرینس کو, پاسٹر صاحب نے بتایا, اور بالکل ایسے بے شمار ایکسپیرینس ہیں جو ہماری زندگی سے ہر روز گزرتے ہیں کہ یسوع المسیح آج بھی شفا دینے میں قادر ہے, کیونکہ وہ آسمان پر زندہ موجود ہے. اور کوئی ایسی ہستی, کوئی ایسی ذات نہیں ہے جو زندہ موجود ہے. جتنے نبی آئے, بہت سے نبیوں کا ذکر ہے کلام مقدس میں, خداوند کے سب پیارے تھے, لیکن وہ سب مر گئے. لیکن واحد یسوع المسیح ہیں جو مر کر زندہ ہوئے, اور جو مر کر زندہ ہوئے باپ کے دہنی طرف موجود ہیں, اور وہ آج بھی ہماری شفاعت کرتے ہیں. اور یقیناً اس کے نام پر کلام مقدس میں یہ لکھا ہے کہ یسوع المسیح نے فرمایا کہ جو کچھ تم میرے نام سے باپ سے مانگو گے وہ میں تمہیں ضرور عطا کروں گا. آمین. Bishop Sahab, I'll come back to you, but we have a caller. Can we have a caller, please? Hello. Hello, السلام بھائی صاحب جی. السلام سسٹر, کون بول رہے ہیں؟ جی میں ارشاد بات کر رہی ہوں نیلسن سے. اچھا نیلسن سے. ارشادو جی جی جی, کیسے ہیں آپ؟ جی میں ٹھیک ہوں بھائی صاحب جی. آپ کا پروگرام بہت اچھا جا رہا ہے, بڑی برکت پا رہے ہیں. خداوند آپ کو برکت دے, اور اچھا لگا آپ کی آواز سن کے, اور
اچھا لگا کہ لوگ اتنی دور تک بیٹھے وہ دیکھ رہے ہیں اور سن رہے ہیں. خدا آپ کو برکت دے. کچھ بات پوچھنی ہے بھائی سے یا مجھ سے یا بشپ صاحب سے؟ جی ہاں بس پروگرام دیکھ رہے ہیں تو بات کو سمجھ رہے ہیں جو آپ روزے پہ بات کر رہے ہیں. بہت اچھی طرح سے پائے صاحب نے بشپ نے سمجھایا ہے. تو بہت اچھی بات ہے. جتنا بھی سیکھو خداوند کے کلام سے وہ کم ہے. تو بڑی برکت پا رہے ہیں اور آپ سب کو خداوند ایسے ہی استعمال کرے اور برکت دے. Thank you very much. Thank you. God bless you. Thank you. جی ہاں جی بشپ صاحب سوری ਅਸੀਂ ਗੱਲ ਕਰ ਰਹੇ ਸੀ. ਹਾਂ ਤੁਸੀਂ ਜ਼ਿਕਰ ਕੀਤਾ ਸਾਡੇ ਬ੍ਰਦਰ ਅਲਬੀਰ ਜੀ ਦਾ ਕਿ ਮੌਜ਼ਾਂ ਦੀ ਗੱਲ ਹੋ ਰਹੀ ਹੈ ਆਪਣਾ. ਹਾਂ ਯੈਸ ਰੀਸੈਂਟਲੀ ਕਿ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬੜਾ ਇੱਕ ਜਿਸ ਤਰ੍ਹਾਂ ਅਸੀਂ ਪਹਿਲੇ ਆਖਿਆ ਇੱਕ ਹਾਦਸਾ ਹੋਇਆ ਜਿਸ 'ਚੋਂ ਖੁਦਾਵੰਦ ਨੇ ਕੱਢਿਆ ਕਿ ਬੜਾ ਮੌਜ ਦਾ ਸੀ. ਤੇ ਇਹਦੇ ਇਲਾਵਾ ਤੁਸੀਂ ਕੀ ਮਤਲਬ ਉਹ ਲੋਕ ਜਿਹੜੇ ਭੈਣ ਭਾਈ ਵੇਖ ਰਹੇ ਉਹਨਾਂ ਨੂੰ ਕੀ संदेश देना चाहोगे, की कहना मैसेज देना चाहोगे? मैसेज सब सुनने वालों के लिए ये है कि जो कुछ भी अभी पास्टर साहब ने फरमाया, पास्टर रोशन लाल साहब ने, जो कुछ भी मांगते हैं ईमान के साथ मांगिए और यकीनन खुदावन जो है वो देने में कादर है. आमीन. ओके वी चलो एक मिनट के लिए लेट मी वी हैव अनदर कॉलर. हेलो हेलो जी. हाँ जी सलाम भाई सबने मेरे को सलाम. सब आपने सलाम. आप कौन बोल रहे हैं? मैं मरियम बात कर रही हूँ. मरियम सिस्टर वेलकम. मैं संडरलैंड से बात कर रही हूँ. जी कनाडा से संडरलैंड. वेलकम करते हैं जी यूके में आपको. खुदावंद आपके साथ बहना जी बताएं. मैंने दुआ करवानी थी, प्लीज मेरी दुआ करें. मेरी ज़ाती ज़िंदगी निजी ज़िंदगी कुछ खास नहीं है, थोड़ी परेशानी चल रही है. तो मैं चाहती हूँ आप सब खुदा के साथ मेरे लिए दुआ करेंगे तो सही हो जाएगा. ठीक है जी. ਜ਼ਰੂਰ ਖੁਦਾਵੰਦ ਇਸ ਵੇਲੇ ਤੇਰੇ ਅਸੀਂ ਦੁਆ ਕਰਦੇ ਕਿ ਖੁਦਾਵੰਦ ਜ਼ਰੂਰ ਤੇਰੀ ਇਸ ਅਰਜ਼ ਨੂੰ ਇਸ ਪ੍ਰਾਰਥਨਾ ਨੂੰ ਜ਼ਰੂਰ ਸੁਣੇਗਾ. ਕੈਨ ਆਈ ਆਸਕ पास्टर रोशन मार्शल साहब कैन यू हम अपनी आंखें बंद करें, उस कादर मुतलक खुदा को पुकारें, प्यार से भरे जिंदा खुदा, खुदा के बेटे यीशु नासरी, तू अपनी बेटी को जानता है, बेटी की हर कैफियत से तू वाकिफ है. अभी और इसी वक्त मैं तुझसे इल्तिजा करता हूँ अपनी बेटी को छू दे और हर तरह की नजासत, हर तरह की बीमारी, हर तरह की वो ज़रूरियात जो रुकी हुई हैं तेरे यीशु नाम से उसके लिए जारी और सारी हो जाए. उसकी घरेलू परेशानियां जाती रहे. कादरे मुतलक बाप जिस तरह तू पहले काम करता था आज भी वही ताकत वही रूह कुदरत तुझसे मांगता हूँ. अपनी बेटी के लिए निछावर कर दे. मेरे ईमान के मुताबिक तू छू चुका है, उसकी ज़रूरत ज़िंदगी उसे मिल चुकी है. तेरे ही बेटे अपने नजात दिंदा यीशु नासरी के नाम से आमीन. आमीन. बहन मरियम आप लाइन पर हैं? नहीं जी जी I'll come back to you Bishop साहब again. जो आपसे रोज़े की गल कर रहे हैं कि ये रोज़े सब ਨੂੰ ਰੱਖਣੇ ਚਾਹੀਦੇ ਨੇ ਕਿ just only for the pastors ਜਾਂ bishops? रूह ਦੀ ग़ज़ा ਜਿਹੜੀ ਹੈ ਨਾ ਜੀ ਉਹ ਹਰ ਜਿਸਮ ਦੇ ਲਈ ਹਰ रूह ਦੇ ਲਈ ਜ਼ਰੂਰੀ ਹੈ. ਭਲੇ ਉਹ ਉਮਰ ਦੇ ਵਿੱਚ ਕੱਦ ਦੇ ਵਿੱਚ ਜਾਂ ਕਿਸੇ ਵੀ ਹਾਲਤ 'ਚ ਹੋਵੇ ਜੀ. ਔਰ ਪਾਸਟਰਸ ਯਕੀਨਨ ਜਿੰਨੀ ਜ਼ਿਆਦਾ ਕਿਸੇ ਦੀ ਜ਼ਿੰਮੇਦਾਰੀ ਹੈ ਉਨੀ ਹੀ ਜ਼ਿਆਦਾ ਰਿਆਜ਼ਤ ਔਰ ਉਨੀ ਹੀ ਜ਼ਿਆਦਾ ਇਬਾਦਤ ਔਰ ਉਨੀ ਹੀ ਜ਼ਿਆਦਾ ਬੰਦਗੀ ਹਰ ਕਿਸੇ ਨੂੰ ਕਰਨ ਦੀ ਜ਼ਰੂਰਤ ਹੈ. ਪਾਸਟਰਸ ਦੇ ਲਈ ਨਾ ਸਿਰਫ ਆਪਣੇ ਲਈ ਬਲਕਿ ਕਲੀਸਿਆ ਦੇ ਲਈ ਵੀ ਰੋਜ਼ੇ ਰੱਖਣ ਦੀ ਜ਼ਿੰਮੇਦਾਰੀ, ਕਿਉਂਕਿ ਕਲੀਸਿਆ ਦੀ ਪੂਰੀ ਰਿਸਪੌਂਸਿਬਿਲਟੀ ਪਾਸਟਰ ਦੇ ਉੱਪਰ ਹੈ. ਸੋ ਪਾਸਟਰ ਦੇ ਉੱਤੇ ਡਬਲ ਜ਼ਿੰਮੇਦਾਰੀ ਆ ਜਾਂਦੀ ਹੈ. ਔਰ ਵੈਸੇ ਵੀ ਜਿਹੜੇ ਫਰੰਟ ਲਾਈਨ ਦੇ ਉੱਤੇ ਕੰਮ ਕਰਦੇ ਨੇ ਉਹਨਾਂ ਦੇ ਲਈ ਖਤਰਾਤ ਜ਼ਿਆਦਾ ਨੇ. ਅਬਲੀਸ ਉਹਨਾਂ ਦੇ ਉੱਤੇ ਮੇਰੇ ਇੱਕ ਦੋਸਤ ਨੇ ਇੱਕ ਦਫਾ ਪਾਕਿਸਤਾਨ 'ਚ ਫਰਮਾਇਆ, ਕਹਿਣ ਲੱਗੇ ਕਿ ਜੀ ਅਬਲੀਸ ਐਡਾ ਵਿਹਲਾ ਨਹੀਂ ਗਾ ਕਿ ਉਹ ਇਕੱਲੇ ਬੰਦੇ ਦੇ ਉੱਤੇ ਹੋਵੇ. ਅਬਲੀਸ ਉਹਨਾਂ 'ਤੇ ਹਮਲਾਵਰ ਹੁੰਦਾ ਜਿਨ੍ਹਾਂ 'ਚ ਇਜਤਮਾਈ ਤੌਰ 'ਤੇ ਗੁੰਮਰਾਹ ਕਰਨ ਦੀ ਸਲਾਹੀਅਤ ਹੁੰਦੀ, ਜਿਨ੍ਹਾਂ ਦੇ ਇੱਕ ਫਿਕਰੇ ਦੇ ਉੱਤੇ ਹਜ਼ਾਰਾਂ ਲੋਕ ਜਿਹੜੇ ਨੇ ਉਹ ਗੁੰਮਰਾਹ ਹੋ ਸਕਦੇ ਨੇ. ਸੋ ਪਾਸਟਰਸ ਜਿਹੜੇ ਨੇ ਉਹਨਾਂ ਦੇ ਉੱਤੇ ਡਬਲ ਰਿਸਪੌਂਸਿਬਿਲਿਟੀ ਹੈ, ਕਲੀਸਿਆ ਦੇ ਲਈ ਵੀ ਤੇ ਆਪਣੇ ਲਈ ਵੀ ਰੋਜ਼ੇ ਰੱਖਣ. ਚਲੇ ਅੱਛਾ ਵੀ ਹੈਵ ਅ ਲਾਈਵ ਕਾਲਰ. ਹੈਲੋ ਹੈਲੋ ਜੀ ਜੀ ਕੌਣ ਬੋਲ ਰਹੇ ਜੀ? ਮੇਰਾ ਨਾਮ ਐਂਥਨੀ ਹੈ. ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ. ਲੰਡਨੋਂ ਬੋਲ ਰਿਹਾ ਵਾ. ਤੁਸੀਂ ਜਿਹੜਾ ਰੋਜ਼ੇ ਦੇ ਮੁਤਲਕ ਬਿਆਨ ਕੀਤਾ ਵੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ. ਪਾਪੀ ਆਪਣੇ ਰੋਸ਼ਨ ਸਾਹਿਬ ਨੇ ਜਿਹੜੇ 4 ਚੀਜ਼ਾਂ ਦੱਸੀਆਂ ਨੇ, ਕਿਉਂਕਿ ਮੈਨੂੰ ਬੜੀ ਚਿੰਤਾ ਸੀ ਕਿ ਮੈਂ ਰੋਜ਼ਾ ਰੱਖਣਾ ਮੈਂ ਕਿਸ ਤਰ੍ਹਾਂ ਰੱਖਾਂ ਕੀ ਕਰਾਂ.
ਲੇਕਿਨ ਜਿਹੜਾ ਉਹਨਾਂ ਨੇ ਨਿਆਣਵਾਂ ਦੀ ਕਿਤਾਬ 'ਚ ਪੜ੍ਹ ਕੇ ਦੱਸਿਆ ਹੋਵੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਦਾ ਕਾਲ ਡ੍ਰੌਪ ਹੋ ਗਿਆ, ਪਰ ਅੰਥਨੀ ਸਾਹਿਬ ਇਨ ਵਾਚ ਕਰਦੇ ਰਹੀਏ, ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇ। ਐਂਡ ਇਸੇ ਤਰ੍ਹਾਂ ਸਾਨੂੰ ਦੂਸਰੇ ਭੈਣਾਂ ਭਾਈਆਂ ਨੂੰ ਇਹਦੇ ਬਾਰੇ ਪ੍ਰੋਗਰਾਮ ਦੇ ਬਾਰੇ ਦੱਸਦੇ ਰਹੀਏ ਤਾਂ ਕਿ ਲੋਕ ਵੀ ਇਸ ਤੋਂ ਬਰਕਤ ਪਾਉਣ। ਮਾਰਸ਼ਲ ਸਾਹਿਬ ਸਰ, ਤੁਸੀਂ ਕੁਛ ਆਖਰ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਆਖਰ 'ਚ ਸਾਰੇ ਲੋਕਾਂ ਨੂੰ ਇੱਕ ਪੈਗਾਮ ਦੇਣਾ ਚਾਹੁੰਦਾ। ਜ਼ਿੰਦਾ ਕਲਾਮ ਫਰਮਾਉਂਦਾ ਕਿ ਅਸੀਂ ਜਿਹੜੇ ਨਾਪਾਕੀ ਦੀਆਂ ਕੰਮ ਕਰਨੇ, ਨਾਪਾਕੀ ਦੀਆਂ ਚੀਜ਼ਾਂ ਤੋਂ ਨਿਕਲ ਆਈਏ। ਰੋਜ਼ਾ ਜਦੋਂ ਰੱਖਦੇ ਤਾਂ ਸਾਨੂੰ ਪਾਕ ਸਾਫ਼ ਹੋਣ ਦੀ ਬੜੀ ਜ਼ਰੂਰਤ ਹੁੰਦੀ ਹੈ। ਪਾਕ ਲਿਬਾਸ ਪਾਈਦਾ ਹੈ, ਪਾਕ ਸਾਫ਼ ਹੋ ਕੇ ਜ਼ਿੰਦਾ ਖੁਦਾ ਦੇ ਕਲਾਮ ਨੂੰ ਜਿਹੜਾ ਪਾਕ ਹੈ, ਜਿਹੜਾ ਦੋਧਾਰੀ ਤਲਵਾਰ ਹੈ, ਉਹ ਸਾਨੂੰ ਪਾਕ ਸਾਫ਼ ਕਰ ਸਕਦਾ ਹੈ। ਅਤੇ ਜਦੋਂ ਅਸੀਂ ਨਾਪਾਕੀ ਦੀਆਂ ਚੀਜ਼ਾਂ 'ਚੋਂ ਨਿਕਲ ਜਾਵਾਂਗੇ ਉਹ ਸਾਨੂੰ ਖੁਦਾਵੰਦ ਕਬੂਲ ਕਰ ਲੇਗਾ ਅਤੇ ਅਸੀਂ ਉਹਦੇ ਧੀਆ ਪੁੱਤਰ ਬਣ ਜਾਵਾਂਗੇ। ਇਹ ਖੁਦਾ ਬਾਪ ਦਾ ਫਰਮਾਨ ਹੈ। ਜਦੋਂ ਅਸੀਂ ਬਦੀ ਤੋਂ ਦੂਰ ਹੋ ਕੇ ਨੇਕੀ ਵੱਲ ਜਾਵਾਂਗੇ ਤਾਂ ਸਾਡੇ ਵੱਲ ਸ਼ਫਾ ਦੇ ਦਰਵਾਜ਼ੇ ਖੁੱਲਣਗੇ, ਨਜਾਤ ਦੇ ਦਰਵਾਜ਼ੇ ਖੁੱਲਣਗੇ, ਰਾਹਤ ਆਏਗੀ ਸਾਡੇ ਘਰਾਂ 'ਚ, ਖੁਸ਼ਹਾਲੀ ਆਏਗੀ, ਤਾਜ਼ਗੀ ਆਏਗੀ। ਜਾਬ ਤੇ ਕੋਈ ਤੁਹਾਨੂੰ ਅਫੈਂਡ ਨਹੀਂ ਕਰ ਸਕੇਗਾ। ਤੁਹਾਡੇ ਰਾਸਤੇ ਹਵਾਰ ਹੋ ਜਾਣਗੇ ਕਿ ਯਸੂ ਨਾਸਰੀ ਦੇ ਫਰਿਸ਼ਤੇ ਤੇ ਯਸੂ ਤੁਹਾਡੇ ਨਾਲ ਨਾਲ ਹੈ। ਉਹਨੇ ਕਿਹਾ ਤੁਸੀਂ ਬੇਦਿਲ ਨਾ ਹੋਵੋ, ਮੈਂ ਤੁਹਾਡੇ ਨਾਲ ਨਾਲ ਹਾਂ, ਮੈਂ ਤੁਹਾਡੇ ਸੰਗ ਸੰਗ ਹਾਂ। ਹਰਾਸਾ ਨਾ ਹੋ, ਖੌਫ ਨਾ ਕਰ, ਡਰ ਨਾ ਖਾ, ਕਿਉਂਕਿ ਮੈਂ ਤੇਰਾ ਪਿਤਾ ਪਰਮੇਸ਼ਵਰ ਹਾਂ। ਮੈਂ ਤੇਰੇ ਵਾਸਤੇ ਸਲੀਬ ਤੇ ਜਾਨ ਦੇ ਚੁੱਕਿਆ ਵਾਂ। ਮੈਂ ਤੈਨੂੰ ਨਜਾਤ ਦੇਣਾ ਚਾਹਨਾ। ਵੈਲ ਡਨ, ਵੈਰੀ ਗੁੱਡ, ਬਹੁਤ ਅੱਛਾ ਤੁਸੀਂ ਐਕਸਪਲੇਨ ਕੀਤਾ। ਵੀ ਹੈਵ ਅ ਲਾਈਵ ਕਾਲ। ਹੈਲੋ ਹੈਲੋ ਜੀ, ਕੌਣ ਬੋਲ ਰਹੇ? ਹਾਂਜੀ, ਮੈਂ ਅਰੁਣ ਸਿੰਘ ਤੋਂ ਗੱਲ ਕਰ ਰਿਹਾ ਜੀ। ਸੈਮੂਅਲ ਸੈਮੂਅਲ ਸਾਹਿਬ, ਤੁਹਾਡਾ ਬਹੁਤ ਸਵਾਗਤ। ਥੈਂਕ ਯੂ ਵੈਰੀ ਮਚ। ਕੀ ਕਹਿਣਾ ਚਾਹੋਗੇ? ਮੈਂ ਚਾਹਨਾ ਜੀ ਕਿ ਮੇਰੀ ਸਿਸਟਰ ਹੈ ਤੇ ਉਸ ਨੂੰ ਨਾ ਉਹ ਕੁਛ ਅਰਸੇ ਤੋਂ ਬਿਮਾਰ ਹੈ ਜੀ, ਔਰ ਉਹਦਾ ਜ਼ਿਹਨੀ ਤਵਾਜ਼ਨ ਵੀ ਜਿਹੜਾ ਉਸ ਬਿਮਾਰੀ ਦੀ ਵਜ੍ਹਾ ਨਾਲ ਥੋੜਾ ਖਰਾਬ ਹੋ ਚੁੱਕਾ ਹੈ ਜੀ, ਔਰ ਉਹਨੂੰ ਸ਼ੈਤਾਨ ਨੇ ਬੜੇ ਜ਼ੋਰ ਦੇ ਨਾਲ ਨਾ ग्रिप किया हुआ है जी। हाँ जी, और मैं चाहना है कि खुदावंद की मदद के नाल, ताकि दुआ की वजह के मदद के नाल वो इस तो मतलब कि छुटकारा पा सके और दोबारा अपनी लाइफ के विच रीस्टोर हो सके। लो ਅਸੀਂ ਹੁਣੇ ਤੁਹਾਡੇ ਐਸੇ ਵਕਤ ਦੁਆ ਕਰ ਦੇਂਗੇ ਤੇ ਖੁਦਾਵੰਦ ਐਸੇ ਵਕਤ ਹੀ ਤੁਹਾਡੀ ਅਸਿਸਟੈਂਟ ਨੂੰ ਸ਼ੋਏਗਾ ਤੇ ਆਮ ਸ਼ੋਰ ਗॉड ਇਸ ਵੇਲੇ ਉਹਨੂੰ ਚੰਗਿਆ ਕਰੇਗਾ। ਰੈਵਰੈਂਡ ਰੋਸ਼ਨ ਪਲੀਜ਼ ਕੈਨ ਵੀ। मोहब्बतों के बानी ज़िंदा खुदावंद, मुझे किसी पर कुछ अख्तियार नहीं जब तक तू मुझे ना दे। इसलिए यीशु जी, तेरा दिया हुआ अख्तियार जो तूने अपने बच्चों को दिया इस्तेमाल करता हूँ और आज इस बहन को तेरे हुजूर लाता हूँ खुदावंद, क्योंकि ये भी तेरी बेटी है। सैमुअल की बहन है तो वो तेरी बेटी है डेफिनेटली खुदावंद, और उसे शैतान जकड़ के रख नहीं सकता। ऐ शरारत की कुव्वत बदरू, तू जो कुछ भी है तुझे बाप बेटे रूह कुदस के नाम से हुक्म देता हूँ, अभी और इसी वक्त इसके जिस्म से दूर हो जा। मैं तुझे हुक्म देता हूँ यीशु के नाम में, अभी और इसी वक्त दूर हो जा। सारी बीमारी की रूह तुझे यीशु नाम से हुक्म देता हूँ। तू यहाँ ठहर नहीं सकती और ना इस घर में। तुझे मैं हुक्म देता हूँ जंगलों में अथाह घड़े में चली जा, फिर कभी वापस ना आना। खुदाउन, जो मेडिकल प्रॉब्लम है उसके लिए भी खुदाउन तू जानता है, तू जिस्म का बनाने वाला है, तू शाफी है, तू दूर और नज़दीक का खुदा है। अब इसी वक्त खुदावंद तू उसके जिस्म को छू, वही खून जो तेरे ज़ख्मों से बहा, तेरे मार खाने से, वो उसके जिस्म पे लगाता हूँ और मेरी बहन की मुकम्मल शिफा मांग लेता हूँ तेरे मीठे जलाली सुंदर नाम में। आमीन आमीन। यस, दैट्स द गॉड वी सर्व, जो दुआवां दा जवाब दिंदा है। आखिर ਦੇ ਵਿੱਚ ਬ੍ਰਦਰ ਅਲਵੀਰ ਜੀ 30 ਸੈਕਿੰਡ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਕੀ ਸੰਦੇਸ਼ ਉਹਨਾਂ ਲੋਕਾਂ ਨੂੰ ਦੇਣਾ ਚਾਹੁੰਦੇ ਭੈਣਾਂ ਭਾਈਆਂ ਨੂੰ ਜੋ ਇਸ ਵੇਲੇ ਪ੍ਰੋਗਰਾਮ ਵਾਚ ਕਰ ਰਹੇ ਨੇ? ਬਸ ਮੈਂ ਇਹੀ ਕਹਾਂਗਾ ਕਿ ਜਿੰਨੇ ਵੀ ਇਸ ਵੇਲੇ ਸਾਡੇ ਭੈਣ ਭਾਈ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਇੱਕ ਪ੍ਰਭੂ ਹੀ ਮੁਕਤੀਦਾਤਾ ਹੈ, ਇੱਕ ਪ੍ਰਭੂ ਹੀ ਹੈ, ਪ੍ਰਭੂ ਯਿਸੂ ਮਸੀਹ ਹੈ ਜਿਹੜਾ ਸਾਨੂੰ ਦੁੱਖਾਂ ਔਰ ਮੁਸੀਬਤਾਂ ਤੋਂ ਛੁਟਕਾਰਾ ਦੇ ਸਕਦਾ ਹੈ। ਜਿੰਨੇ ਵੀ ਸਾਡੇ ਭੈਣ ਭਾਈ ਸ਼ੈਤਾਨ ਨੇ ਜਕੜੇ ਹੋਏ ਨੇ, ਕਿਸੇ ਵੀ ਮੁਸ਼ਕਲਾਤ ਦੇ ਵਿੱਚ ਨੇ ਤੇ ਤੁਸੀਂ ਪ੍ਰਭੂ ਦੇ ਕੋਲ ਆਓ, ਉਸ ਨੂੰ ਆਪਣਾ ਮੁਕਤੀਦਾਤਾ ਮੰਨੋ ਔਰ ਤੁਸੀਂ ਆਪਣੀਆਂ ਸਾਰੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਓ। ਆਮੀਨ ਆਮੀਨ ਹਾਲੇਲੂਇਆ। ਸਰਬਸ਼ਕਤੀਮਾਨ ਪ੍ਰਭੂ ਜੀ ਤੇਰਾ ਧੰਨਵਾਦ ਔਰ ਤੇਰੇ ਸ਼ੁਕਰਗੁਜ਼ਾਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਇਸ ਮੌਕੇ ਦੇ ਲਈ, ਖਾਸ ਕਰਕੇ ਅੱਜ ਉਸ ਫੈਮਿਲੀ ਲਈ, ਪਰਿਵਾਰ ਦੇ ਲਈ ਜਿਨ੍ਹਾਂ ਨੇ ਪ੍ਰੋਗਰਾਮ ਸਪਾਂਸਰ ਕੀਤਾ। ਭਾਈ ਬਲਵੰਤ
ਐਂਡ ਸਿਸਟਰ ਮਧੂ ਦੇ ਲਈ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਬਹੁਤ ਸਾਰੀ ਬਰਕਤ ਦੇਣੀ, ਔਰ ਜਿਸ ਤੱਕ ਨੇਕ ਕਮਾਈ 'ਚੋਂ ਆਇਆ ਪ੍ਰਭੂ ਜੀ, ਜਿਨ੍ਹਾਂ ਨੇ ਅੱਜ ਪ੍ਰੋਗਰਾਮ ਨੂੰ ਵਾਚ ਕੀਤਾ, ਤੁਸੀਂ ਇੱਕ ਇੱਕ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਦੇਣੀਆਂ। ਜਿੰਨੇ ਮਹਿਮਾਨ ਆਏ ਹੋਏ ਨੇ ਤੁਸੀਂ ਇੱਕ ਇੱਕ ਨੂੰ ਪ੍ਰਭੂ ਜੀ ਆਪਣੇ ਜਲਾਲ ਦੇ ਲਈ, ਆਪਣੇ ਕੰਮਾਂ ਦੇ ਲਈ ਇਸੇ ਤਰ੍ਹਾਂ ਇਸਤੇਮਾਲ ਕਰਦੇ ਰਹਿਣਾ, ਤਾਂ ਕਿ ਤੁਹਾਡਾ ਨਾਮ ਇੱਜ਼ਤ ਪਾਵੇ, ਜਲਾਲ ਪਾਵੇ, ਉੱਚਾ ਕੀਤਾ ਜਾਵੇ। ਅੱਜ ਦੇ ਸਾਰੇ ਪ੍ਰੋਗਰਾਮ ਲਈ ਤੁਹਾਡੀ ਸ਼ੁਕਰਗੁਜ਼ਾਰ ਕਰਦੇ ਹਾਂ। ਅਗਲੇ ਹਫ਼ਤੇ ਨਾਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਸੇ ਤਰ੍ਹਾਂ ਪ੍ਰਭੂ ਦੇ ਵਿੱਚ ਬਣੇ ਰਹੀਏ, ਖੁਦਾਵੰਦ ਦੇ ਨਾਲ ਵਿੱਚ ਮਜ਼ਬੂਤ ਰਹੀਏ, ਐਂਡ ਖੁਦਾਵੰਦ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਆਮੀਨ। ਸਾਡੇ ਸਾਰਿਆਂ ਦੇ ਵੱਲੋਂ ਜੈ ਮਸੀਹ ਦੀ।